ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਰਹਿੰਦੀ ਹੈ। ਅੱਜ ਦਾ ਪ੍ਰੋਗਰਾਮ ਖਾਸ ਇਸ ਕਰਕੇ ਰਹੇਗਾ ਕਿਉਂਕਿ ਬੀਤੇ ਦਿਨ ਤੋਂ ਦੇਸ਼ ਦੀ ਸਿਆਸਤ ਦੇ ਸਮੀਕਰਨ ਬਦਲੇ ਨੇ। ਪੱਛਮੀ ਬੰਗਾਲ ਦੇ ਵਿੱਚੋਂ ਬਹੁਤ ਵੱਡਾ ਝਟਕਾ ਦੇਸ਼ ਦੀ ਸੱਤਾਧਾਰੀ ਸਰਕਾਰ ਨੂੰ ਲੱਗਿਆ ਹੈ। ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਨੇ ਲੀਡ ਹਾਸਲ ਕੀਤੀ ਹੈ, ਉਸ ਦੇ ਉੱਤੇ ਗੱਲਬਾਤ ਰਹੇਗੀ। ਵੱਖ-ਵੱਖ 5 ਸੂਬਿਆਂ ਦੇ ਨਤੀਜੇ ਨੇ, ਉਹਨਾਂ 'ਚ ਕੀ ਕੁਝ ਬਣਿਆ ਉਸ ਦੇ ਉੱਤੇ ਗੱਲਬਾਤ ਕਰਾਂਗੇ। ਤੇ ਹੁਣ ਪੰਜਾਬ ਦੇ ਸਮੀਕਰਨ ਕੀ ਲੱਗਦੇ ਨੇ, ਕਿਸਾਨੀ ਅੰਦੋਲਨ ਦੇ ਸਮੀਕਰਨ ਕੀ ਲੱਗਦੇ ਨੇ, ਇਸ ਦੇ ਬਾਰੇ ਚਰਚਾ ਰਹੇਗੀ। ਤੇ ਹੁਣ ਪੱਛਮੀ ਬੰਗਾਲ ਦੇ ਨਤੀਜਿਆਂ ਦੇ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਕੀ ਕਾਂਗਰਸ ਪੰਜਾਬ ਦੇ ਵਿੱਚ ਸਿੱਧੂ ਅਤੇ ਕੈਪਟਨ ਰੇਡਕੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗੀ ਤਾਂ ਜੋ ਪੰਜਾਬ ਦੇ ਵਿੱਚੋਂ ਉਹ ਜਿਹੀ ਹਾਰ ਦਾ ਮੂੰਹ ਨਾ ਵੇਖਣਾ ਪਵੇ। ਇਸ ਦੇ ਉੱਤੇ ਵੀ ਗੱਲਬਾਤ ਰਹੇਗੀ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਇੱਕ ਕਰਕੇ ਸਵਾਲਾਂ ਤੇ ਗੱਲਬਾਤ ਕਰਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਜੋ ਨਤੀਜੇ ਬੀਤੇ ਦਿਨ ਆਏ ਨੇ, ਹਾਲਾਂਕਿ 5 ਸੂਬੇ ਹੀ ਸਾਰੇ 5 ਦੇ 5 ਸੂਬੇ ਅਹਿਮ ਸੀ, ਪਰ ਇੱਕ ਸੂਬਾ ਸੀ ਜਿਹਦੇ ਉੱਤੇ ਸਾਰੀਆਂ ਧਿਰਾਂ ਦਾ ਅੱਡੀ ਚੋਟੀ ਦਾ ਜ਼ੋਰ ਸੀ, ਉਹ ਸੀ ਪੱਛਮੀ ਬੰਗਾਲ। ਲੱਗਦਾ ਹੈ ਕਿ ਦੀਦੀ ਨੇ ਜਿਸ ਤਰੀਕੇ ਦੀਆਂ ਗੱਲਾਂ ਸੀ, ਜਿਸ ਤਰ੍ਹਾਂ ਦੇ ਸਮੀਕਰਨ ਐਗਜ਼ਿਟ ਪੋਲ ਦੇ ਵਿੱਚ ਆ ਰਹੇ ਸੀ, ਉਹਨਾਂ ਨੂੰ ਪੂਰਨ ਤੌਰ ਦੇ ਉੱਤੇ ਸਾਫ਼ ਕਰ ਦਿੱਤਾ ਤੇ ਪੂਰਨ ਬਹੁਮਤ ਲੈ ਕੇ ਹਾਜ਼ਰ ਬਾ। ਨਿਸ਼ਚਿਤ ਤੌਰ ਦੇ ਉੱਤੇ, ਸਪਸ਼ਟ ਤੌਰ ਦੇ ਉੱਤੇ ਮਮਤਾ ਬੈਨਰਜੀ ਦੀ ਜਿੱਤ ਹੋਈ ਹੈ। ਸੀਟਾਂ ਕੁਝ ਘਟੀਆਂ ਜਾਂ ਵਧੀਆਂ, ਇਹ ਜ਼ਿਆਦਾ ਮਾਇਨੇ ਨਹੀਂ ਸੀ ਰੱਖਦਾ ਕਿਉਂਕਿ ਇਹ ਸਿਆਸੀ ਜੰਗ ਤੋਂ ਉੱਪਰ ਹੋ ਗਈ ਸੀ। ਇਹ ਵਕਾਰ ਦੀ ਜੰਗ ਹੋ ਗਈ ਸੀ ਗਗਨ, ਕਿਤੇ ਨਾ ਕਿਤੇ ਇਹ ਸਿਆਸੀ ਵਕਾਰ ਬੀਜੇਪੀ ਦਾ ਦਾਅ 'ਤੇ ਸੀ, ਸਿਆਸੀ ਵਕਾਰ ਮਮਤਾ ਬੈਨਰਜੀ ਦਾ ਦਾਅ 'ਤੇ ਸੀ। ਔਰ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੀ ਜਿੱਤ ਹਾਰ ਔਰ ਨਰਿੰਦਰ ਮੋਦੀ ਸਰਕਾਰ ਦੀ ਜਿੱਤ ਹਾਰ ਦੇ ਨਾਲ ਨਾਲ ਕਿਸਾਨਾਂ ਦੀ ਟੇਕ ਲੱਗੀ ਹੋਈ ਸੀ ਕਿਉਂਕਿ ਕਿਸਾਨਾਂ ਨੇ ਬਹੁਤ ਮਿਹਨਤ ਕੀਤੀ ਉੱਥੇ ਜਾ ਕੇ। ਕਿਸਾਨਾਂ ਨੇ ਪਹਿਲੀ ਵਾਰੀ ਸਾਡੇ ਮੁਲਕ ਦੇ ਇਤਿਹਾਸ 'ਚ ਕਿਸੇ ਸੱਤਾਧਾਰੀ ਧਿਰ ਦੇ ਖਿਲਾਫ ਵੋਟਾਂ ਮੰਗੀਆਂ। ਇਹ ਨਹੀਂ ਕਿਹਾ ਵੀ ਪਾਓ ਕਿਹਨੂੰ, ਕਿਸਾਨ ਕਹਿੰਦੇ ਜਿਹਨੂੰ ਮਰਜ਼ੀ ਵੋਟ ਪਾ ਦਿਓ ਪਰ ਬੀਜੇਪੀ ਨੂੰ ਵੋਟ ਨਾ ਪਾਓ। ਔਰ ਬੀਜੇਪੀ ਦੇ ਲੋਕ, ਬਹੁਤ ਸਾਰੇ ਲੀਡਰ ਮੈਂ ਦੇਖਿਆ, ਕਿਸਾਨਾਂ ਦੇ ਇਸ ਅਭਿਆਨ ਨੂੰ ਮਜ਼ਾਕ ਦੱਸ ਰਹੇ ਸੀ। ਕਿਸਾਨਾਂ ਦੇ ਇਸ ਅਭਿਆਨ ਨੂੰ ਉਹ ਗੰਭੀਰਤਾ ਦੇ ਨਾਲ ਨਹੀਂ ਸੀ ਲੈ ਰਹੇ। ਉਹਨਾਂ ਨੂੰ ਲੱਗਦਾ ਸੀ ਕਿ ਥੋੜ੍ਹੇ ਜਿਹੇ ਕਿਸਾਨ ਆ ਗਏ, ਇਹਦੇ ਨਾਲ ਕੀ ਫਰਕ ਪਊਗਾ। ਭਾਵੇਂ ਕਿਸਾਨਾਂ ਦੀਆਂ ਰੈਲੀਆਂ 'ਚ ਘੱਟ ਜਗ੍ਹਾ ਸੀ, ਘੱਟ ਭੀੜ ਸੀ, ਪਰ ਉਹ ਆਵਾਜ਼ ਬਹੁਤ ਦੂਰ ਤੱਕ ਜਾਂਦੀ ਰਹੀ ਹੈ। ਪੱਛਮੀ ਬੰਗਾਲ ਦੇ ਵਿੱਚ ਵੀ ਬਹੁਤ ਵੱਡੇ ਪੱਧਰ 'ਤੇ ਖੇਤੀ ਹੁੰਦੀ ਹੈ। ਤੁਸੀਂ ਦੇਖੋ ਤਮਿਲਨਾਡੂ 'ਚ ਵੀ ਬਹੁਤ ਵੱਡੇ ਪੱਧਰ 'ਤੇ ਖੇਤੀ ਹੁੰਦੀ ਹੈ। ਤਮਿਲਨਾਡੂ 'ਚ ਵੀ ਨਹੀਂ ਬੀਜੇਪੀ ਜਿੱਤ ਸਕੀ। ਵੱਡੇ ਸੂਬੇ ਦੋਨੇ ਖੇਤੀ ਨਾਲ ਜੁੜੇ। ਔਰ ਮਮਤਾ ਬੈਨਰਜੀ ਨੇ ਜਿਹੜਾ ਕਰਿਸ਼ਮਾ ਕੀਤਾ, ਕਿਉਂਕਿ ਜਿਸ ਤਰੀਕੇ ਦੀ ਸ਼ਬਦਾਵਲੀ ਮਮਤਾ ਬੈਨਰਜੀ ਦੇ ਲਈ ਵਰਤੀ ਗਈ ਵਿਰੋਧੀਆਂ ਵੱਲੋਂ, ਔਰ ਜਿਸ ਤਰੀਕੇ ਨਾਲ ਕੋਵਿਡ ਦੇ ਸਮੇਂ ਸਾਡੀ ਸੱਤਾਧਾਰੀ ਧਿਰ ਦੇ ਵੱਡੇ ਮੰਤਰੀ ਸਮੇਤ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਦੂਜੇ ਮੰਤਰੀ, ਤੀਜੇ ਮੰਤਰੀ, ਚੌਥੇ ਮੰਤਰੀ, ਕਿੰਨਾ ਫੌਜ ਉੱਥੇ ਮੰਤਰੀਆਂ ਦੀ ਪਹੁੰਚ ਗਈ। ਕਈ ਤਾਂ ਐਮਪੀ ਉਹਨਾਂ ਨੇ ਉੱਥੇ ਉਮੀਦਵਾਰ ਬਣਾ ਕੇ ਉਤਾਰਤੇ ਕਿਉਂਕਿ ਬੀਜੇਪੀ ਨੂੰ ਇਹ ਸੀ ਵੀ ਕਿਸੇ ਵੀ ਕੀਮਤ 'ਤੇ ਬੀਜੇਪੀ ਇੱਥੇ ਸਰਕਾਰ ਬਣਾਵੇ। ਬੀਜੇਪੀ ਨੂੰ ਸੀ ਵੀ ਬੰਗਾਲ ਸਾਡੀ ਸਰਕਾਰ ਬਿਨਾਂ ਕਿਵੇਂ ਰਹਿ ਜੇ। ਅੱਜ ਤੱਕ ਬੀਜੇਪੀ ਉੱਥੇ ਸੱਤਾ 'ਚ ਨਹੀਂ ਆਈ। ਪਾਰਲੀਮੈਂਟ ਦੇ ਵਿੱਚ ਜਿੰਨੀਆਂ ਸੀਟਾਂ ਸੀ, ਮੈਨੂੰ ਤਾਂ ਲੱਗਦਾ ਜਦੋਂ ਤੱਕ ਅੰਤਿਮ ਰਿਜ਼ਲਟ ਇਲੈਕਸ਼ਨ ਕਮਿਸ਼ਨ ਨੇ ਦੇਣੇ ਨੇ ਉਹ ਵੀ ਘਟ ਜਾਣਗੀਆਂ। ਅੱਜ ਦੁਪਹਿਰ ਤੱਕ ਹੀ ਮੈਨੂੰ ਲੱਗਦਾ ਕਿਤੇ ਆਖਰੀ ਨਤੀਜੇ ਨੇ ਜਿਹੜੇ ਉਹ ਸਾਫ਼ ਹੋਣਗੇ। ਉਂਝ ਤਾਂ ਚਲੋ ਇਹ ਤੈਅ ਹੋ ਗਿਆ ਕਿ ਬੀਜੇਪੀ ਹਾਰ ਗਈ। ਹੁਣ ਮਮਤਾ ਬੈਨਰਜੀ ਦੀ ਜਿੱਤ ਨੇ ਇੱਕ ਗੱਲ ਦੱਸਤੀ ਵੀ ਜਿਹੜਾ ਕਿਰਦਾਰ ਹੈ ਨਾ ਇਮਾਨਦਾਰੀ ਵਾਲਾ ਗਗਨ, ਇੱਕ ਛੋਟੇ ਜਿਹੇ ਘਰ 'ਚ ਰਹਿੰਦੀ ਮਮਤਾ ਬੈਨਰਜੀ, ਫਲੈਟ 'ਚ, ਮੁਹੱਲੇ ਦੇ ਵਿੱਚ ਜਾ ਕੇ, ਇਹ ਨਹੀਂ ਵੀ ਉਹਨੇ ਆਲੀਸ਼ਾਨ ਕੋਠੀ ਲੈ ਲਈ, ਕੋਈ ਸਰਕਾਰੀ ਬੰਗਲੇ ਲੈ ਲਏ ਵੱਡੇ ਵੱਡੇ। ਉਹਦੀ ਸਾਦਗੀ ਮਮਤਾ ਬੈਨਰਜੀ ਦੀ, ਔਰ ਮਮਤਾ ਬੈਨਰਜੀ ਦੀ ਅਸੂਲਾਂ ਦੀ ਲੜਾਈ, ਔਰ ਆਪਣੇ ਸੂਬੇ ਦੇ ਲੋਕਾਂ ਦੇ ਲਈ ਸਭ ਤੋਂ ਮੂਹਰੇ ਹੋ ਕੇ ਅਗਵਾਈ ਕਰਨ ਦੀ ਜਿਹੜੀ ਉਹਨਾਂ ਦੀ ਕਾਰਜਕੁਸ਼ਲਤਾ ਗਗਨ, ਉਹਦੇ ਕਰਕੇ ਹੀ ਅੱਜ ਅਸੀਂ ਵੇਖਿਆ ਕਿ ਕੱਲ ਮਮਤਾ ਬੈਨਰਜੀ ਨੇ ਨਰਿੰਦਰ ਮੋਦੀ ਸਾਹਿਬ ਨੂੰ ਹਰਾ ਦਿੱਤਾ, ਪ੍ਰਧਾਨ ਮੰਤਰੀ ਨੂੰ ਹਰਾ ਦਿੱਤਾ ਪੱਛਮੀ ਬੰਗਾਲ 'ਚ। ਔਰ ਲੋਕ ਸਭਾ ਦੀਆਂ ਚੋਣਾਂ 'ਚ ਬੀਜੇਪੀ ਜਿੱਥੇ ਤੱਕ ਪਹੁੰਚੀ ਸੀ ਉਹ ਤੋਂ ਵੀ ਹੇਠਾਂ ਆ ਗਈ। ਸੋ ਇਸ ਕਰਕੇ ਬੀਜੇਪੀ ਨੂੰ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਔਰ ਬੀਜੇਪੀ ਨੂੰ ਬਹੁਤ ਗਹਿਰਾਈ ਦੇ ਨਾਲ ਸੋਚਣ ਦੀ ਲੋੜ ਹੈ ਕਿ ਸਥਿਤੀਆਂ ਸਿਆਸੀ ਤੌਰ 'ਤੇ ਬੀਜੇਪੀ ਦੀਆਂ ਕਿਹੋ ਜਿਹੀਆਂ ਬਣ ਰਹੀਆਂ ਨੇ। ਔਰ ਹੁਣ ਮੁਲਕ ਦੇ ਵਿੱਚ ਬੀਜੇਪੀ ਅਗਰ ਉੱਤਰ ਪ੍ਰਦੇਸ਼ ਔਰ ਪੰਜਾਬ ਵਾਲੇ ਪਾਸੇ ਦੇਖਣਾ ਚਾਹੁੰਦੀ ਹੈ ਤੇ ਕਿਸਾਨਾਂ ਦਾ ਮਸਲਾ ਨਿਬੇੜਨਾ ਬਹੁਤ ਜ਼ਰੂਰੀ ਹੈ ਗਗਨ ਉਹਨਾਂ ਦੇ ਲਈ। ਜੀ ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਜੇਕਰ ਪੰਜਾਬ ਦੇ ਬਾਕੀ ਹਾਲਾਤਾਂ ਦੀ ਗੱਲ ਕਰੀਏ, ਜੇਕਰ ਪੰਜਾਬ ਦੇ ਵੱਲ ਵਧੀਏ, ਕਿਉਂਕਿ ਕਿਹਾ ਜਾ ਰਿਹਾ ਸੀ ਕਿ ਜੇਕਰ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਜਿੱਤਦੀ ਹੈ ਤਾਂ ਉਹਦਾ ਮਾੜਾ ਪ੍ਰਭਾਵ ਕਿਸਾਨ ਅੰਦੋਲਨ ਦੇ ਉੱਤੇ ਆਏਗਾ, ਪਰ ਜੇਕਰ ਉੱਥੋਂ ਹਾਰਦੀ ਹੈ ਤਾਂ ਉਹਦਾ ਬਹੁਤ ਵੱਡਾ ਕ੍ਰੈਡਿਟ ਇੱਕ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਜਿਹੜਾ ਕਿਸਾਨ ਅੰਦੋਲਨ ਤੁਰਿਆ ਸੀ ਹੁਣ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਹੈ, ਉਸ ਅੰਦੋਲਨ ਨੂੰ ਬਹੁਤ ਵੱਡਾ ਫਾਇਦਾ ਹੋਏਗਾ। ਕੀ ਲੱਗ ਰਿਹਾ ਹੈ ਕਿ ਕੱਲ ਤੋਂ
ਜਿਹੜਾ ਇੱਕ ਨਵੀਂ ਸਪਿਰਿਟ ਜਿਹੜੀ ਕਿਸਾਨ ਆਗੂਆਂ ਦੇ ਵਿੱਚ ਵੀ ਵੇਖਣ ਨੂੰ ਮਿਲੀ ਹੈ। ਸਿੰਘੂ ਬਾਰਡਰ ਦੇ ਉੱਤੇ ਲੱਡੂ ਵੰਡੇ ਗਏ ਨੇ, ਵੱਖ-ਵੱਖ ਤਰ੍ਹਾਂ ਦੇ ਕਿਸਾਨ ਆਗੂਆਂ ਦੇ ਬਿਆਨ ਆਏ ਨੇ, ਕਿੱਦਾਂ ਵੇਖ ਰਹੇ ਹੋ ਸਾਰੇ ਕਿਸਾਨ ਆਗੂਆਂ ਦੇ ਬਿਆਨ ਵੀ ਸੁਣਾਉਣੇ ਆ। ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਚਲੋ ਕਿਸਾਨ ਆਗੂਆਂ ਦੀ ਕਿਉਂਕਿ ਇੱਕ ਸਿਆਸੀ ਲੜਾਈ ਬਣੀ ਹੋਈ ਸੀ, ਇੱਕ ਤਰੀਕੇ ਦੀ ਵਕਾਰ ਦੀ ਲੜਾਈ ਬਣੀ ਸੀ, ਸਿਆਸੀ ਨਹੀਂ ਹੱਕ ਦੀ ਲੜਾਈ ਬਣੀ ਹੋਈ ਸੀ। ਸੋ ਅਗਰ ਬੀਜੇਪੀ ਹਾਰੀ ਤੇ ਮਮਤਾ ਬਨਰਜੀ ਜਿੱਤੀ ਤੇ ਜਿੱਤ ਦੇ ਲੱਡੂ ਵੰਡਤੇ, ਜਾਂ ਕਹਿ ਦਿਓ ਹਾਰ ਦੀ ਖੁਸ਼ੀ 'ਚ ਉਹਨਾਂ ਨੇ ਲੱਡੂ ਵੰਡਤੇ। ਪਰ ਇਸ ਵਕਤ ਕੋਵਿਡ ਬਹੁਤ ਚਿੰਤਾਜਨਕ ਸਥਿਤੀਆਂ ਦੇ ਵਿੱਚ ਆ ਮੁਲਕ 'ਚ। ਸੋ ਕਿਸਾਨ ਅੰਦੋਲਨ ਦੇ ਜਿਹੜੇ ਕਿਸਾਨ ਨੇ, ਹੁਣ ਉਹਨਾਂ ਨੇ ਸੱਦਾ ਮਾਰਨਾ ਕਿਸਾਨਾਂ ਨੂੰ ਵੀ ਕਣਕ ਤਾਂ ਵੇਚੀ ਗਈ ਕੱਟ ਕੇ, ਹੁਣ ਤੁਸੀਂ ਸਾਰੇ ਆ ਜਾਓ, ਬੀਜੇਪੀ ਵੀ ਹਾਰ ਗਈ। ਸੋ ਹੁਣ ਇੱਥੇ ਬੀਜੇਪੀ ਦੇ ਲਈ ਚੁਣੌਤੀ ਹੈ ਕੇਂਦਰ ਦੀ ਸਰਕਾਰ ਲਈ। ਰੈਲੀਆਂ ਕਰ ਲਈਆਂ ਪਹਿਲਾਂ ਸਾਡੇ ਮੁਲਕ ਦੇ ਲੀਡਰਾਂ ਨੇ, ਬੇਧਿਆਨੇ ਕਰ ਲਈਆਂ ਜਾਂ ਜਾਣਬੁੱਝ ਕੇ ਕਰ ਲਈਆਂ ਜਾਂ ਸੱਤਾ ਦੇ ਮੋਹ 'ਚ ਕਰ ਲਈਆਂ, ਉਹ ਗਲਤ ਸੀ। ਰੈਲੀਆਂ ਨਹੀਂ ਸੀ ਕਰਨੀਆਂ ਚਾਹੀਦੀਆਂ ਸਾਰੀਆਂ ਪੋਲੀਟੀਕਲ ਧਿਰਾਂ ਨੂੰ। ਰੈਲੀਆਂ ਖਤਮ ਹੁੰਦੇ ਹੀ ਦੇਖੋ ਪਾਬੰਦੀਆਂ ਲੱਗ ਗਈਆਂ, ਸਖਤੀਆਂ ਲੱਗ ਗਈਆਂ। ਹੁਣ ਕਹਿੰਦੇ ਜਿੱਤ ਦਾ ਜਲੂਸ ਵੀ ਨਹੀਂ ਨਿਕਲਿਆ ਤੇ ਫਾਲਤੂ ਲੋਕਾਂ ਨੂੰ ਵੀ ਨਹੀਂ ਉੱਥੇ ਆਣ ਦਿੱਤਾ ਗਿਆ। ਇਹ ਸਥਿਤੀਆਂ ਸਾਨੂੰ ਦੇਖਣ ਨੂੰ ਮਿਲ ਗਈਆਂ। ਹੁਣ ਕੀ ਕਰਨਾ? ਹੁਣ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਕਹਿਣ ਕਿ ਸਾਰੇ ਕਿਸਾਨ ਸੰਗਠਨਾਂ ਦੇ ਲੀਡਰਾਂ ਦੇ ਨਾਲ ਮੇਰੀ ਵਰਚੁਅਲ ਮੀਟਿੰਗ ਕਰਾਓ, ਮੇਰੀ ਆਨਲਾਈਨ ਮੀਟਿੰਗ ਕਰਾਓ, ਜਿਵੇਂ ਉਹ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰਦੇ ਨੇ। ਕਿਉਂਕਿ ਮੋਦੀ ਸਾਹਿਬ ਹੁਣ ਵਿਹਲੇ ਨੇ, ਹੁਣ ਤਾਂ ਚੋਣ ਪ੍ਰਚਾਰ 'ਚ ਕਿਤੇ ਡਿਊਟੀ ਲਾਉਣੀ ਨਹੀਂ ਪਾਰਟੀ ਨੇ ਮੋਦੀ ਸਾਹਿਬ ਦੀ। ਪਹਿਲਾਂ ਮੋਦੀ ਸਾਹਿਬ ਨੇ ਪ੍ਰਚਾਰ ਕਰ ਲਿਆ ਦੱਬ ਕੇ, ਤੇ ਇੱਧਰ ਸਥਿਤੀਆਂ ਕੋਵਿਡ ਦੀਆਂ ਚਿੰਤਾਜਨਕ ਬਣ ਗਈਆਂ। ਔਰ ਮੇਰਾ ਯਕੀਨ ਹੈ ਅਗਰ ਬੀਜੇਪੀ ਮੋਦੀ ਸਾਹਿਬ ਨੂੰ ਨਾ ਵਰਤਦੀ ਚੋਣ ਪ੍ਰਚਾਰ 'ਚ, ਔਰ ਬੀਜੇਪੀ ਮੋਦੀ ਸਾਹਿਬ ਨੂੰ ਕਹਿੰਦੀ ਤੁਸੀਂ ਬਤੌਰ ਪ੍ਰਧਾਨ ਮੰਤਰੀ ਅਗਵਾਈ ਕਰੋ, ਅਸੀਂ ਕੋਵਿਡ 'ਚ ਲੜਾਈ ਹੋਰ ਚੰਗੀ ਤਰ੍ਹਾਂ ਲੜੀਏ, ਨਾ ਆਕਸੀਜਨ ਦੀ ਕਮੀ ਹੋਣੀ ਸੀ, ਨਾ ਕੋਵਿਡ ਦੇ ਮਾਮਲੇ ਇੰਨੇ ਵਧਣੇ ਸੀ, ਨਾ ਲਾਕਡਾਊਨ ਦੀਆਂ ਪਾਬੰਦੀਆਂ ਜਿਹੜੀਆਂ ਜਿੱਥੇ ਜਿੱਥੇ ਜ਼ਰੂਰੀ ਸੀ ਉਹ ਸਮੇਂ ਸਿਰ ਲਾਉਣ ਤੋਂ ਸਰਕਾਰਾਂ ਗੁਰੇਜ਼ ਕਰਦੀਆਂ ਜਾਂ ਰਹਿ ਜਾਂਦੀਆਂ। ਅਚਾਨਕ ਇਹੋ ਜਿਹਾ ਕੀ ਹੋ ਗਿਆ ਕਿ ਰੈਲੀਆਂ ਤੋਂ ਬਾਅਦ ਸਖਤੀਆਂ ਇੰਨੀਆਂ ਜ਼ਿਆਦਾ ਵਧਾਤੀਆਂ। ਚੋਣ ਕਮਿਸ਼ਨ ਅਚਾਨਕ ਐਡੀ ਜ਼ਿਆਦਾ ਹਰਕਤ 'ਚ ਆ ਗਿਆ। ਚਲੋ ਉਹ ਤਾਂ ਮੰਨ ਲਿਆ ਵੀ ਮਦਰਾਸ ਹਾਈ ਕੋਰਟ ਨੇ ਚੰਗਾ ਤਵਾ ਲਾਇਆ ਚੋਣ ਕਮਿਸ਼ਨ ਦਾ। ਚੋਣ ਕਮਿਸ਼ਨ ਨੂੰ ਵੀ ਸਮਝ ਆਊਗਾ ਕਿ ਚੋਣ ਕਮਿਸ਼ਨ ਹੋਣ ਦਾ ਮਤਲਬ ਕੀ ਹੁੰਦਾ ਹੈ। ਲੋਕ ਇੰਨੀ ਇੱਜ਼ਤ ਦਿੰਦੇ ਨੇ ਜਿਸ ਬਾਡੀ ਨੂੰ, ਕਨਸਟੀਟਿਊਸ਼ਨਲ ਬਾਡੀ ਨੂੰ ਐਡੀ ਇੱਜ਼ਤ ਦਿੰਦੇ ਨੇ, ਐਡਾ ਭਰੋਸਾ ਰੱਖਦੇ ਨੇ, ਉਹ ਚੋਣ ਕਮਿਸ਼ਨ ਨੇ ਤਾਂ ਮਜ਼ਾਕ ਵਾਲੀਆਂ ਸਥਿਤੀਆਂ ਬਣਾਤੀਆਂ ਇਸ ਵਾਰ। ਸੋ ਚੋਣ ਕਮਿਸ਼ਨ ਨੂੰ ਹੁਣ WhatsApp ਤੇ ਲੋਕ ਮਜ਼ਾਕ ਕਰਦੇ ਨੇ। TN ਸੈਸ਼ਨ ਸਾਹਿਬ ਦੀ ਐਡੀ ਮਿਹਨਤ ਸੀ। ਸੋ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਤੁਰੰਤ ਕਹਿਣ ਕਿ ਅਸੀਂ ਮੀਟਿੰਗ ਕਰੀਏ ਆਪਸ 'ਚ, ਔਰ ਅਸੀਂ ਤੈਅ ਕਰੀਏ ਵੀ ਅਸੀਂ ਕਿਸਾਨਾਂ ਦੀਆਂ ਇਹਨਾਂ ਖੇਤੀ ਕਾਨੂੰਨਾਂ ਦੀਆਂ ਮੰਗਾਂ ਨੂੰ ਕਿਵੇਂ ਮੰਨਣਾ ਹੈ। ਔਰ ਅਗਰ ਪ੍ਰਧਾਨ ਮੰਤਰੀ ਹੁਣ ਵੀ ਵਕਤ ਰਹਿੰਦੇ ਖੇਤੀ ਕਾਨੂੰਨਾਂ ਦੀਆਂ ਮੰਗਾਂ ਨੂੰ ਮੰਨਣ 'ਚ ਕਾਮਯਾਬ ਹੋ ਗਏ ਕਿਸਾਨਾਂ ਦੀਆਂ, ਔਰ ਕਿਸਾਨਾਂ ਨੂੰ ਖੁਸ਼ ਕਰਤਾ ਉਹਨਾਂ ਨੇ, ਭਾਵੇਂ ਕੋਵਿਡ ਕਰਕੇ ਪ੍ਰਧਾਨ ਮੰਤਰੀ ਕਹਿ ਦੇਣ ਕਿ ਕੋਵਿਡ ਦੀਆਂ ਸਥਿਤੀਆਂ ਨੇ, ਦੇਸ਼ 'ਚ ਕਿਸਾਨਾਂ ਦੀ ਮੰਗ ਹੈ, ਮੈਂ ਨਹੀਂ ਚਾਹੁੰਦਾ ਕਿਸਾਨ ਧਰਨੇ ਦੇਣ, ਇਸ ਕਰਕੇ ਮੈਂ ਕਿਸਾਨਾਂ ਦੀ ਮੰਗ ਮੰਨਦਾ, ਸਹੀ ਗਲਤ ਦਾ ਫੈਸਲਾ ਅਸੀਂ ਬਾਅਦ 'ਚ ਕਰਾਂਗੇ, ਮੈਂ ਕਿਸਾਨਾਂ ਦੀ ਮੰਗ ਮੰਨਦਾ। ਇੰਨੇ 'ਚ ਹੀ ਗੱਲ ਬਣ ਜਾਣੀ। ਔਰ ਬੀਜੇਪੀ ਦੀ ਜਿਹੜੀ ਸਿਆਸੀ ਜ਼ਮੀਨ ਹਿੱਲੀ ਹੈ ਉਹ ਮਾੜੀ ਮੋਟੀ ਪੱਧਰੀ ਹੋ ਜੂਗੀ। ਨਹੀਂ ਤਾਂ ਪੰਜਾਬ ਦੀਆਂ ਚੋਣਾਂ 2022 ਦੀਆਂ ਖੜੀਆਂ ਗਗਨ, ਉੱਤਰ ਪ੍ਰਦੇਸ਼ ਦੀਆਂ ਚੋਣਾਂ ਖੜੀਆਂ। ਇੱਕ ਤਾਂ ਕੋਵਿਡ 'ਚ ਫੇਲ ਹੋਈ ਸਾਡੀ ਸਰਕਾਰ, ਪੰਜਾਬ 'ਚ ਕਿਸਾਨ ਨਾਰਾਜ਼ ਕੀਤੇ, ਉੱਤਰ ਪ੍ਰਦੇਸ਼ 'ਚ ਕਿਸਾਨ ਨਾਰਾਜ਼ ਕੀਤੇ, ਕੋਵਿਡ ਤੋਂ ਲੋਕ ਨਾਰਾਜ਼ ਕੀਤੇ। 2022 ਦੀਆਂ ਚੋਣਾਂ ਜਿਹੜੀਆਂ ਪੰਜਾਬ 'ਚ ਨੇ ਔਰ ਅੰਤ 'ਚ ਉੱਤਰ ਪ੍ਰਦੇਸ਼ 'ਚ ਨੇ, ਨਹੀਂ ਤਾਂ ਉਹਨਾਂ 'ਚ ਵੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਬੀਜੇਪੀ ਨੂੰ। ਪੰਜਾਬ 'ਚ ਤਾਂ ਪਹਿਲਾਂ ਹੀ ਬੀਜੇਪੀ ਦੇ ਲੀਡਰਾਂ ਦਾ ਬਹੁਤ ਵਿਰੋਧ ਕਰਦੇ ਨੇ ਕਿਸਾਨ। ਸੋ ਇਹ ਸਮਾਂ ਸੋਚਣ ਦਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਆਪਣੇ ਹੱਥ 'ਚ ਕੰਟਰੋਲ ਲੈ ਕੇ ਮਸਲਾ ਨਿਬੇੜ ਦੇਣ, ਤਾਂ ਇਹ ਗੱਲਾਂ ਜਿਹੜੀਆਂ ਨੇ ਅੱਗੇ ਵਧਣਗੀਆਂ ਗਗਨ ਜੀ। ਔਰ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਖੁੱਲੇ ਦਿਲ ਨਾਲ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ। ਪਰ ਗगन ਅੱਗੇ ਵਧਣ ਤੋਂ ਪਹਿਲਾਂ ਮੈਂ ਚਾਹੂੰਗਾ ਇੱਕ ਵਾਰੀ ਬਿਆਨ ਵੀ ਸੁਣਾ ਦਿਓ ਸਾਰੇ किसान लीडਰਾਂ ਦੇ। सभी भाइयों को मैं इस बात की बधाई देनी चाहता हूं कि आपका सबका बड़ा सहयोग रहा है कि जब हम पश्चिमी बंगाल में इलेक्शन चल रहा था, बीजेपी के बड़े बड़े नेताओं की रैलियां चल रही थी वहाँ पे, तो उस समय आप सबकी प्रेरणा के सदका, आप सबका कहने पे हम यहाँ से किसान मोर्चे के नेता भी वहाँ पे लोगों को ये बात बताने के लिए कि बीजेपी की नीयत क्या है, इनकी नीति क्या है, ये किस तरीके से देश को और देश के लोगों को मारने के लिए तरह तरह के प्रयास कर रहे हैं, वो सब बात बताने के लिए हम पश्चिमी बंगाल में गए। और वहाँ के लोगों ने जिस तरीके से किसानों की बात मानी, इसके लिए मैं पश्चिमी बंगाल के सभी वोटरों का, सभी लोगों का, सभी किसान भाइयों का धन्यवाद करना चाहता हूँ। ਇਹ ਅਸੀਂ ਸਾਡੇ ਜਿਹੜੇ ਕਿਸਾਨ ਆਗੂ ਅਸੀਂ ਭੇਜੇ ਸੀਗੇ ਉਹਨਾਂ ਦੇ ਬੀਜੇਪੀ ਦੇ ਵਿਰੁੱਧ ਵੀ ਅਸੀਂ ਬੀਜੇਪੀ ਨੂੰ ਵੋਟ ਨਹੀਂ ਦੇਣੀ, ਅਸੀਂ ਉਹਨਾਂ ਨੂੰ ਬੇਨਤੀ ਕਰਨ ਗਏ ਸੀ ਲੋਕਾਂ ਨੂੰ
ਵੀ ਹੋਰ ਕਿਸੇ ਨੂੰ ਮਰਜ਼ੀ ਵੋਟ ਪਾ ਦਿਓ ਵੀ ਬੀਜੇਪੀ ਨੂੰ ਹਰਾਉਣਾ ਗਾ, ਕਿਉਂਕਿ ਬੀਜੇਪੀ ਨੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਿਆ। ਬਹੁਤ ਜ਼ਿਆਦਾ ਇਹ ਜਿਹੜੇ ਕਾਲੇ ਕਾਨੂੰਨ ਨੇ ਜਿਹੜੇ ਲਿਆਂਦੇ ਨੇ, ਤੇ ਬੀਜੇਪੀ ਨੂੰ ਹਰਾਉਣ ਦੇ ਲਈ ਜਿਹੜਾ ਸਾਡਾ ਜ਼ੋਰ ਲੱਗਾ ਸੀ ਉਹਦੇ ਵਿੱਚ ਅਸੀਂ ਸਫਲ ਹੋਏ ਹਾਂ। ਬਹੁਤ ਵਧੀਆ ਹੋਇਆ ਜਿਹੜਾ ਲੋਕਾਂ ਨੇ ਬੀਜੇਪੀ ਨੂੰ ਪਿੱਛੇ ਸੁੱਟਿਆ ਗਾ। ਤੇ ਇਹਦੇ ਅਸੀਂ ਕਿਸਾਨ ਸੰਘਰਸ਼ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਇਹਦੀ ਵਧਾਈ ਦਿੰਦੇ ਹਾਂ ਵੀ ਜਿਹੜਾ ਉਹਨਾਂ ਨੇ ਜਾ ਕੇ ਉੱਥੇ ਆਪਣਾ ਲੈਕਚਰ ਕਰਿਆ ਸੀਗਾ ਤੇ ਉਹਦੇ ਵਿੱਚ ਅਸੀਂ ਸਫਲ ਹੋਏ। ਜਿੱਥੇ ਵੀ ਚੋਣ ਲੜਨ ਦੇ ਲਈ ਜਾਊਗਾ ਉੱਥੇ ਹੀ ਸਾਡੇ ਜਥੇਬੰਦੀਆਂ ਦੇ ਆਗੂ ਯੋਧੇ ਜਾ ਕੇ ਇਹਦਾ ਵਿਰੋਧ ਕਰਨਗੇ ਤੇ ਲੋਕਾਂ ਨੂੰ ਦੱਸਣਗੇ ਵੀ ਮੋਦੀ ਕੈਟਰ ਸਰਕਾਰ ਆ ਗਈ। ਇਹਦਾ ਜਿੰਨਾ ਚਿਰ ਤੋਂ ਗੋਲ ਬਿਸਤਰਾ ਨਹੀਂ ਕਰਾਂਗੇ ਭਾਰਤ ਦੇ ਵਿੱਚੋਂ, ਉਹਨਾਂ ਚਿਰ ਭਾਰਤ ਦੇ ਜਿਹੜੇ ਮਿਹਨਤਕਸ਼ ਲੋਕ ਆ ਉਹ ਰੱਜ ਕੇ ਰੋਟੀ ਨਹੀਂ ਖਾਣਗੇ। ਕਿ ਹਾਕਮਾਂ ਨੂੰ ਇੱਕ ਸੁਣਾਉਣੀ ਹੁੰਦੀ ਹੈ ਕਿ ਜਿਹੜੇ ਹੀ ਉਹ ਗੱਲ ਆਪਦੀ ਕਹਿੰਦੇ ਨੇ ਕਿ ਅਸੀਂ ਨੀਤੀਆਂ ਦੇ ਪੱਖ ਤੋਂ ਖੜ ਕੇ ਲੋਕਾਂ ਦੇ ਪੱਖ ਦੇ ਵਿੱਚ ਖੜਦੇ ਹਾਂ, ਜਿਹੜੇ ਕਹਿੰਦੇ ਕਿ ਲੋਕਾਂ ਨਾਲ ਅਸੀਂ ਵਾਅਦੇ ਕਰਦੇ ਹਾਂ, ਲੋਕਾਂ ਦੇ ਪੱਖ 'ਚ ਖੜਦੇ ਹਾਂ, ਤਾਂ ਲੋਕਾਂ ਨੇ ਇੱਕ ਦਰਸਾਤਾ ਕਿ ਤੁਸੀਂ ਲੋਕਾਂ ਦੇ ਉਲਟ ਚੱਲਦੇ ਹੋ, ਤੁਹਾਡੀਆਂ ਨੀਤੀਆਂ ਲੋਕਾਂ ਦੇ ਉਲਟ ਆ, ਕਿਸਾਨਾਂ ਦੇ ਉਲਟ ਆ। ਇਹ ਕਦੇ ਵੀ ਲੋਕ ਇਹਨੂੰ ਪ੍ਰਵਾਨ ਨਹੀਂ ਕਰਨਗੇ ਤੇ ਲੋਕ ਆਉਣ ਵਾਲੇ ਸਮੇਂ ਦਾ ਸੂਚਕ ਇਸ ਗੱਲ ਦਾ ਹੈ ਕਿ ਜਿਹੜੀ ਵੀ ਸਰਕਾਰ ਨੇ ਲੋਕਾਂ ਦੇ ਪੱਖ ਦੇ ਲੋਕਾਂ ਦੇ ਉਲਟ ਨੀਤੀ ਲੈ ਕੇ ਆਂਦੀ ਤਾਂ ਲੋਕ ਆਪਦੇ ਵੋਟਾਂ ਦੇ ਰਾਹੀਂ ਵੀ ਤੇ ਸੰਘਰਸ਼ਾਂ ਦੇ ਰਾਹੀਂ ਵੀ ਆਪਦਾ ਪ੍ਰਗਟਾਵਾ ਕਰਦੇ ਰਹਿਣਗੇ। कहूंगा कि खूब लड़ी मर्दानी वो तो जैसे झांसी वाली रानी थी। और 2 मई को ये कह रहे थे नतीजे आएंगे, मोदी साहब क्या कहते थे, 2 मई दीदी गई। अरे दीदी कहाँ गई मोदी साहब, अब आप गए हो। ਸੋ ਕਿਸਾਨ ਅੰਦੋਲਨ ਦੇ ਵਿੱਚ ਹਾਲਾਂਕਿ ਇੱਕ ਨਵੀਂ ਸਪਿਰਿਟ ਜਿਹੜੀ ਇਸ ਜਿੱਤ ਤੋਂ ਬਾਅਦ ਜ਼ਰੂਰ ਭਰੀ ਗਈ ਹੈ। ਹਾਲਾਂਕਿ ਜਿੱਤ ਜਿਹੜੀ ਮਮਤਾ ਬੈਨਰਜੀ ਦੀ ਹੋਈ ਹੈ, ਪਰ ਪੂਰੇ ਮੁਲਕ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਅਜਿਹੀਆਂ ਚੋਣਾਂ ਰਹੀਆਂ ਨੇ ਜਿਨ੍ਹਾਂ ਨੂੰ ਪੰਜਾਬ ਦੇ, ਮੈਨੂੰ ਲੱਗਦਾ ਕਿ ਪੱਛਮੀ ਬੰਗਾਲ ਦੇ ਲੋਕਾਂ ਨੇ ਡਲਾ ਸਾਹਿਬ ਇੰਨੇ ਹੁਮ-ਹੁਮਾ ਕੇ ਨਹੀਂ ਦੇਖਿਆ ਹੋਣਾ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੀਆਂ ਨਿਗਾਹਾਂ ਸੀ ਪੱਛਮੀ ਬੰਗਾਲ ਦੇ ਉੱਤੇ, ਕਿ ਲਗਾਤਾਰ ਸਵੇਰ ਤੋਂ ਹੀ ਸਾਰੇ ਪੰਜਾਬੀ ਲੱਗੇ ਹੋਏ ਸੀ ਕਿ ਮਮਤਾ ਬੈਨਰਜੀ ਜਿੱਤ ਰਹੇ ਆ, ਹਾਰ ਰਹੇ ਆ, ਕੀ ਬਣ ਰਿਹਾ ਉੱਥੇ। ਇੰਨਾ ਜ਼ਿਆਦਾ ਕਿਉਂਕਿ ਅਸੀਂ ਸਾਰੇ ਕਿਸਾਨ ਆ ਨਾ, ਇਸ ਕਰਕੇ ਸਾਡਾ ਜੁੜਾ ਹੋ ਗਿਆ ਜੀ। ਤੇ ਡੱਲਾ ਸਾਹਿਬ ਇਸ ਦੇ ਨਾਲ ਹੀ ਜੇਕਰ ਹੁਣ ਪੰਜਾਬ ਦੀ ਸਿਆਸਤ ਦੇ ਵੱਲ ਵਧੀਏ, ਕਾਂਗਰਸ ਪੱਛਮੀ ਬੰਗਾਲ ਦੇ ਵਿੱਚੋਂ ਫ੍ਰੀ ਹੋ ਗਈ, ਭਾਵ ਕਿ ਉੱਥੇ ਸੀਟ ਕੋਈ ਵੀ ਹੱਥ ਨਹੀਂ ਲੱਗੀ। ਇੱਕ ਸੀਟ ਹਾਲਾਂਕਿ ਹੱਥ ਲੱਗੀ ਹੈ ਪਰ ਉਹ ਨਾ ਦੇ ਬਰਾਬਰ ਹੈ। ਤੇ ਹੁਣ ਕੀ ਲੱਗ ਰਿਹਾ ਹੈ, ਕਾਂਗਰਸ ਹਾਈਕਮਾਨ ਪੰਜਾਬ ਦੇ ਵਿੱਚ ਦੁਬਾਰਾ ਪਰਤੇਗੀ, ਜੋ ਸਿੱਧੂ ਅਤੇ ਕੈਪਟਨ ਦੇ ਵਿਚਕਾਰ ਰੇੜਕਾ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੂਗੀ, ਕਿਉਂਕਿ ਸਮਾਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਸਿਰਫ 6 ਮਹੀਨਿਆਂ ਦਾ ਹੈ। ਪਰ ਜਿਹੋ ਜਿਹਾ ਕੁਝ ਪੱਛਮੀ ਬੰਗਾਲ ਦੇ ਵਿੱਚ ਹੋਇਆ ਉਹੋ ਜਿਹਾ ਕੁਝ ਜੇ ਪੰਜਾਬ ਦੇ ਵਿੱਚ ਹੋ ਗਿਆ ਤਾਂ ਕਾਂਗਰਸ ਦਾ ਸੁਪੜਾ ਸਾਫ ਪੰਜਾਬ ਦੇ ਵਿੱਚੋਂ ਵੀ ਹੋ ਜਾਣਾ। ਦੇਖੋ, ਪੱਛਮੀ ਬੰਗਾਲ 'ਚ ਤਾਂ ਕਾਂਗਰਸ ਲਗਭਗ ਮੈਂ ਕਹੂੰਗਾ ਆਖਰੀ ਸਾਹਾਂ ਤੇ ਹੈ। ਪੱਛਮੀ ਬੰਗਾਲ 'ਚ ਕਾਂਗਰਸ ਦੇ ਕੋਲੇ ਰਿਹਾ ਹੀ ਕੁਛ ਨਹੀਂ। ਪਾਰਲੀਮੈਂਟ ਦੇ ਵਿੱਚ ਜਿਹੜੀ ਪਾਰਟੀ ਦੀਆਂ ਸੀਟਾਂ 50 ਤੋਂ ਘੱਟ ਨੇ ਉਹ ਸੂਬਿਆਂ 'ਚ ਤਾਂ ਆਪਣੇ ਆਪ ਨੂੰ ਮਜ਼ਬੂਤ ਕਰ ਸਕਦੀ ਸੀ। ਕਾਂਗਰਸ ਵਾਲੇ ਗੱਲਾਂ ਵੱਡੀਆਂ ਕਰਦੇ ਨੇ ਗਗਨ, ਕੇਂਦਰੀ ਲੀਡਰ ਵੀ ਕਈ ਕਾਂਗਰਸ ਦੇ ਵੱਡੀਆਂ ਗੱਲਾਂ ਕਰਦੇ ਨੇ, ਪਰ ਮੁਕਾਬਲਾ ਕਰਨ ਦੀ ਸਥਿਤੀ 'ਚ ਹੈ ਨਹੀਂ। ਲੈਫਟ ਦਾ ਵੀ ਸਫਾਇਆ ਹੋ ਗਿਆ ਪੱਛਮੀ ਬੰਗਾਲ 'ਚ, ਕਾਂਗਰਸ ਦਾ ਵੀ ਸਫਾਇਆ ਹੋ ਗਿਆ। ਸੋ ਇਸ ਕਰਕੇ ਹੁਣ ਕਾਂਗਰਸ ਨੂੰ ਪੰਜਾਬ, ਰਾਜਸਥਾਨ, ਛੱਤੀਸਗੜ੍ਹ ਜਿੱਥੇ ਉਹਨਾਂ ਦੀ ਸਰਕਾਰ ਹੈ ਉੱਥੇ ਧਿਆਨ ਦੇਣ ਦੀ ਲੋੜ ਹੈ। ਸੋ ਪੰਜਾਬ 'ਚ ਵੀ ਕਾਂਗਰਸ ਦੀ ਹਾਈ ਕਮਾਂਡ ਨੂੰ ਧਿਆਨ ਦੇਣ ਦੀ ਲੋੜ ਹੈ। ਜੋ ਕੁਝ ਕੈਪਟਨ ਅਮਰਿੰਦਰ ਔਰ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਚੱਲ ਰਿਹਾ ਉਹਦੇ ਨਾਲ ਪੰਜਾਬ ਦੇ ਲੋਕ ਨਾਖੁਸ਼ ਨੇ। ਪਹਿਲੀ ਗੱਲ, ਨਵਜੋਤ ਸਿੰਘ ਸਿੱਧੂ ਦੀ ਜਿਹੜੀ ਮੰਗ ਹੈ ਉਹ ਗਲਤ ਨਹੀਂ, ਕਿਉਂਕਿ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਮੰਗ ਹੈ ਉਹੀ ਕੈਪਟਨ ਅਮਰਿੰਦਰ ਸਿੰਘ ਦਾ ਵਾਅਦਾ ਸੀ। ਬਿਲਕੁਲ, ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਮੰਗ ਗਲਤ ਕਿਵੇਂ ਹੋ ਸਕਦੀ। ਦੂਸਰਾ ਗਗਨ, ਅਗਰ ਕਾਂਗਰਸ ਨੇ ਇਸ ਮਸਲੇ ਨੂੰ ਨਾ ਸੁਲਝਾਇਆ, ਸਿੱਧੂ ਵਾਲੇ ਮਸਲੇ ਨੂੰ, ਤੇ ਕਾਂਗਰਸ ਦਾ ਹੀ ਨੁਕਸਾਨ ਹੈ ਪੰਜਾਬ 'ਚ ਵੀ। ਔਰ ਦੂਸਰਾ, ਨਵਜੋਤ ਸਿੰਘ ਸਿੱਧੂ ਇਸ ਵਕਤ ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਤੋਂ ਜ਼ਿਆਦਾ ਮਜ਼ਬੂਤ ਨੇ ਸਿਆਸੀ ਤੌਰ ਤੇ। ਕਿਉਂ? ਕਿਉਂਕਿ ਇਸ ਵਾਰ ਲੜਾਈ ਕਿਰਦਾਰਾਂ ਦੀ ਹੋਣੀ ਹੈ। ਤੁਸੀਂ ਦੇਖੋ, ਦਿੱਲੀ 'ਚ ਅਰਵਿੰਦ ਕੇਜਰੀਵਾਲ ਨੇ ਹਰਾਇਆ ਸੀ ਨਰਿੰਦਰ ਮੋਦੀ ਨੂੰ, ਇੱਕ ਵਾਰ ਨਹੀਂ 2 ਵਾਰੀ ਹਰਾਇਆ। 2 ਵਾਰੀ ਪ੍ਰਧਾਨ ਮੰਤਰੀ ਸਾਹਿਬ ਦੀ ਅਗਵਾਈ 'ਚ ਬੀਜੇਪੀ ਨੇ ਜ਼ੋਰ ਲਾਇਆ ਦਿੱਲੀ 'ਚ, ਪਰ ਦਿੱਲੀ 'ਚ ਬੀਜੇਪੀ ਨੂੰ ਕੁਝ ਨਹੀਂ ਮਿਲਿਆ ਔਰ ਨਰਿੰਦਰ ਮੋਦੀ ਸਰਕਾਰ ਬਣਾ ਗਿਆ। ਆ 10 ਤੋਂ ਘੱਟ ਸੀਟਾਂ ਬੀਜੇਪੀ ਨੂੰ ਆਈਆਂ ਦੋਨੇ ਵਾਰੀ, ਇੱਕ ਵਾਰੀ ਤਾਂ 3 ਹੀ ਆਈਆਂ ਸੀ ਜੀ। ਔਰ ਇਸੇ ਤਰ੍ਹਾਂ ਮਮਤਾ ਬਨਰਜੀ ਨੇ ਫਿਰ ਹਰਾਤਾ ਦੂਜੀ ਵਾਰੀ, ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਇਹਨਾਂ ਚੋਣਾਂ ਦੇ ਵਿੱਚ। ਉਹ ਬੜੀ ਮੁੱਖ ਮੰਤਰੀ ਉਹ ਤੀਜੀ ਵਾਰੀ ਹੈ ਲਗਾਤਾਰ। ਸੋ ਤੁਸੀਂ ਦੇਖੋ, ਮਮਤਾ ਬਨਰਜੀ ਦਾ ਕ੍ਰਿਸ਼ਮਾ ਹੋ ਗਿਆ। ਉਹ ਕਿਰਦਾਰ ਹੈ। ਕੇਜਰੀਵਾਲ ਇਮਾਨਦਾਰ ਹੈ, ਲੋਕਾਂ ਦੇ ਹੱਕ ਦੇ ਵਿੱਚ ਦਿਨ ਰਾਤ ਮਿਹਨਤ ਕਰਦਾ। ਠੀਕ ਹੈ, ਪੰਜਾਬ ਲਈ ਮੈਂ ਕੇਜਰੀਵਾਲ ਦੀਆਂ ਪੂਰੀਆਂ ਕੋਸ਼ਿਸ਼ਾਂ ਤੋਂ ਸਹਿਮਤ ਨਹੀਂ। ਆ ਲੋਕਡਾਊਨ ਦੇ ਸਮੇਂ, ਕੋਵਿਡ ਦੇ ਸਮੇਂ ਵੀ ਕੇਜਰੀਵਾਲ ਦਿੱਲੀ ਦੇ ਵਿੱਚ ਉਸ ਸਥਿਤੀਆਂ 'ਚ ਕੰਮ ਨਹੀਂ ਕਰ ਸਕੇ ਜਿਹੇ ਜੇ ਕੇਜਰੀਵਾਲ ਨੂੰ ਕਰਨੇ ਚਾਹੀਦੇ ਸੀ। ਆ ਹੁਣ ਕੋਵਿਡ ਦੇ ਕਾਰਨ, ਕੋਵਿਡ ਦੇ ਸਮੇਂ 'ਚ ਕੇਜਰੀਵਾਲ ਨੂੰ ਹੋਰ ਰਿਜ਼ਲਟ ਦੇਣੇ ਚਾਹੀਦੇ ਸੀ। ਢਿੱਲ ਕਰਕੇ ਕੇਜਰੀਵਾਲ ਵੀ ਰੈਲੀਆਂ 'ਚ ਜ਼ਿਆਦਾ ਰੁੱਝੇ ਰਹੇ। ਪਰ ਮਮਤਾ ਬਨਰਜੀ ਨੇ ਔਰ ਕੇਜਰੀਵਾਲ ਨੇ ਨਰਿੰਦਰ ਮੋਦੀ ਨੂੰ ਹਰਾਇਆ ਕਿਉਂਕਿ ਦੋਨੇ ਇਮਾਨਦਾਰ ਨੇ। ਲੋਕਾਂ 'ਚ ਇਹਨਾਂ ਤੋਂ ਆਸ ਹੈ। ਠੀਕ ਹੈ, ਕੇਜਰੀਵਾਲ ਹੁਣ ਕੋਵਿਡ 'ਚੋਂ ਚੰਗਾ ਕੰਮ ਨਹੀਂ ਕਰ ਸਕਿਆ,
ਪਰ ਲੋਕਾਂ ਦੀ ਆਸ ਸੀ, ਇਸੇ ਕਰਕੇ ਉਹਨੂੰ ਮੁੱਖ ਮੰਤਰੀ ਬਣਾਇਆ। ਹਜੇ ਵੀ ਉਮੀਦ ਹੈ, ਵਕਤ ਹੈ, ਕੇਜਰੀਵਾਲ ਧਿਆਨ ਦੇਵੇ ਦਿੱਲੀ ਵਾਲੇ ਪਾਸੇ। ਤੇ ਮਮਤਾ ਬਨਰਜੀ ਨੇ ਵੀ ਦੇਖੋ ਨਰਿੰਦਰ ਮੋਦੀ ਨੂੰ ਹਰਾਇਆ। ਗਗਨ, ਮੈਨੂੰ ਇਹ ਲੱਗਦਾ ਇਹਨਾਂ ਹਾਲਾਤਾਂ 'ਚ ਸਮੀਕਰਨ ਇਹ ਬਣ ਰਹੇ ਨੇ ਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵੀ ਅਗਰ ਕਾਂਗਰਸ ਸਿੱਧੂ ਨੂੰ ਅੱਗੇ ਕਰੂਗੀ ਤਾਂ ਹੀ ਬੀਜੇਪੀ ਦੇ ਨਾਲ ਮੁਕਾਬਲਾ ਹੋ ਸਕੂਗਾ, ਅਕਾਲੀ ਦਲ ਨਾਲ ਮੁਕਾਬਲਾ ਹੋ ਸਕੂਗਾ, ਪੰਜਾਬ 'ਚ ਭਾਰਤੀ ਜਨਤਾ ਪਾਰਟੀ ਨਾਲ ਮੁਕਾਬਲਾ ਹੋ ਸਕੂਗਾ, ਆਮ ਆਦਮੀ ਪਾਰਟੀ ਨਾਲ ਮੁਕਾਬਲਾ ਹੋ ਸਕੂਗਾ ਅਗਰ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਕਰਦੀ ਹੈ। ਕਿਉਂਕਿ ਇਸ ਵਕਤ ਨਵਜੋਤ ਸਿੰਘ ਸਿੱਧੂ ਦਾ ਕਿਰਦਾਰ ਕੁਰਬਾਨੀਆਂ ਵਾਲਾ ਵੱਧ ਮੰਨਿਆ ਜਾਂਦਾ ਪੰਜਾਬ 'ਚ। ਬਾਬੇ ਨਾਨਕ ਦੀ ਮਿਹਰ ਰਹੀ, ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਾਉਣ 'ਚ ਭੂਮਿਕਾ ਅਦਾ ਕੀਤੀ। ਕੈਪਟਨ ਅਮਰਿੰਦਰ ਸਿਰਫ ਇੱਕ ਚੰਗੇ ਐਡਮਿਨਿਸਟ੍ਰੇਟਰ ਨੇ ਜੀ, ਵਿਕਾਸ ਦੇ ਮਾਮਲੇ 'ਚ ਬਹੁਤ ਵੱਡੇ ਕੰਮ ਨਹੀਂ ਕਰ ਸਕੇ ਕੈਪਟਨ ਅਮਰਿੰਦਰ, ਬੇਅਦਬੀ ਦੇ ਮਾਮਲਿਆਂ 'ਚ ਇਨਸਾਫ ਨਹੀਂ ਦੇ ਸਕੇ, ਸ਼ਰਾਬ ਮਾਫੀਆ ਮੁਕੰਮਲ ਖਤਮ ਨਹੀਂ ਕਰ ਸਕੇ, ਰੇਤ ਮਾਫੀਆ ਮੁਕੰਮਲ ਖਤਮ ਨਹੀਂ ਕਰ ਸਕੇ। ਜਿਵੇਂ ਮੇਰੇ ਵਰਗੇ ਸਧਾਰਨ ਵਿਦਿਆਰਥੀ ਅਖੀਰਲੇ ਮਹੀਨੇ 'ਚ ਕਿਤਾਬ ਚੱਕਦੇ ਸੀ ਨਾ ਜੀ ਪੇਪਰਾਂ ਤੋਂ ਪਹਿਲਾਂ, ਬਾਕੀ ਸਾਲ ਖੇਡਦੇ ਰਹਿੰਦੇ ਸੀ, ਕੈਪਟਨ ਅਮਰਿੰਦਰ ਨੇ ਆਖਿਰ ਵਾਲੇ ਸਾਲ 'ਚ ਆ ਬਣਾਤਾ ਇੱਕ ਕਮਿਸ਼ਨ ਆ ਜਿਹੜਾ ਮਾਈਨਿੰਗ ਤੇ ਨਜ਼ਰਸਾਨੀ ਕਰੂਗਾ। ਪਹਿਲੇ 4 ਸਾਲ ਤੱਕ ਕੰਡੇ ਵੇਚ ਗਿਆ ਮਾਫੀਆ ਸਤਲੁਜ ਦੇ, ਐਡੇ ਹੜ੍ਹ ਆਏ, ਐਡੇ ਲੋਕ ਸਾਡੇ, ਐਡਾ ਰੇਤਾ ਮਹਿੰਗਾ ਵਿਕਿਆ। ਸੋ ਕੈਪਟਨ ਅਮਰਿੰਦਰ ਐਡਮਿਨਿਸਟ੍ਰੇਟਰ ਚੰਗੇ ਨੇ, ਲੇਕਿਨ ਕੁਝ ਮਾਮਲਿਆਂ ਦੇ ਵਿੱਚ ਵਕਤ ਰਹਿੰਦੇ ਕੈਪਟਨ ਅਮਰਿੰਦਰ ਨੇ ਧਿਆਨ ਨਹੀਂ ਦਿੱਤਾ। ਸਮੁੱਚੀ ਕਰਜ਼ੀ ਦਾ, ਕਿਸਾਨੀ ਦਾ ਕਰਜ਼ਾ ਮਾਫੀ, ਕੈਪਟਨ ਕੀ ਕਹਿਣਗੇ ਲੋਕਾਂ ਨੂੰ ਵੀ ਮੈਂ ਸਾਰੀ ਕਿਸਾਨੀ ਦਾ ਕਰਜ਼ਾ ਮਾਫ ਕਰਤਾ। ਕੈਪਟਨ ਅਮਰਿੰਦਰ ਕਹਿੰਦੇ ਸੀ ਕਿਸ਼ਤਾਂ ਨਾ ਦਿਓ, ਮੈਂ ਆਊਂਗਾ ਕਰਜ਼ਾ ਮੋੜ ਦਿਆਂਗੇ। ਘਰ ਘਰ ਨੌਕਰੀ ਦੀਆਂ ਗੱਲਾਂ ਸੀ। ਆ ਮੰਤਰੀ ਮੰਡਲ ਦੀਆਂ ਬੈਠਕਾਂ 'ਚ ਹੁਣ ਮੰਤਰੀ ਅਸਤੀਫੇ ਸੁੱਟਣ ਲੱਗ ਗਏ ਟੇਬਲ ਤੇ। ਆ ਸੁਨੀਲ ਜਾਖੜ ਕਹਿੰਦਾ ਬੇਅਦਬੀ ਤੇ ਮੈਨੂੰ ਲੋਕਾਂ ਤੋਂ ਜਵਾਬ ਨਹੀਂ, ਸਵਾਲ ਨਹੀਂ ਸੁਣ ਹੁੰਦੇ, ਅਸੀਂ ਇਨਸਾਫ ਨਹੀਂ ਦੇ ਸਕੇ। ਸੁਖਜਿੰਦਰ ਰੰਧਾਵਾ ਨੇ ਅਸਤੀਫਾ ਦਿੱਤਾ, ਕੈਪਟਨ ਅਮਰਿੰਦਰ ਕਹਿੰਦੇ ਉੱਥੇ ਨਹੀਂ ਮਨਜ਼ੂਰ ਕੀਤਾ ਅਸਤੀਫਾ, ਉਹ ਕੈਬਨਿਟ ਦੀ ਮੀਟਿੰਗ 'ਚ ਹੀ ਨਹੀਂ ਗਿਆ ਸੁਖਜਿੰਦਰ ਰੰਧਾਵਾ। ਮੰਤਰੀ ਮੰਡਲ ਦੀ ਬੈਠਕ 'ਚ ਮੰਤਰੀ ਨਾ ਜਾਣ, ਪ੍ਰਗਟ ਸਿੰਘ ਖੁੱਲ੍ਹ ਕੇ ਇਲਜ਼ਾਮ ਲਾ ਰਿਹਾ ਵੀ ਕੈਪਟਨ ਅਮਰਿੰਦਰ ਸਾਹਿਬ ਲੋਕਾਂ ਨੂੰ ਕੀ ਸਵਾਲ ਜਵਾਬ ਦੇਵਾਂਗੇ, ਸਰਕਾਰ ਲੋਕਾਂ ਨੂੰ ਕੀ ਜਵਾਬ ਦੇਊਗੀ ਦੱਸੋ। ਸੋ ਅਜਿਹੀਆਂ ਸਥਿਤੀਆਂ 'ਚ ਮੈਨੂੰ ਇਹ ਲੱਗਦਾ ਕਿ ਜਿੰਨਾ 4.5 ਸਾਲ 4.25 ਸਾਲ ਕੈਪਟਨ ਅਮਰਿੰਦਰ ਮਜ਼ਬੂਤ ਰਹੇ, ਉਨੇ ਹੀ ਕੁਝ ਦਿਨਾਂ ਤੋਂ ਮੈਨੂੰ ਕੈਪਟਨ ਅਮਰਿੰਦਰ ਸਿੰਘ ਸਿਆਸੀ ਤੌਰ ਤੇ ਕਮਜ਼ੋਰ ਲੱਗ ਰਹੇ ਨੇ। ਔਰ ਨਵਜੋਤ ਸਿੰਘ ਸਿੱਧੂ ਟਵੀਟ ਤੇ ਟਵੀਟ ਕਰ ਰਿਹਾ। ਮੈਨੂੰ ਇਹ ਲੱਗਦਾ ਕਿ ਪੱਛਮੀ ਬੰਗਾਲ ਦੀ ਹਾਰ ਤੋਂ ਬਾਅਦ ਕਾਂਗਰਸ ਭੁੱਲ ਕੇ ਵੀ ਨਹੀਂ ਚਾਹੂਗੀ ਕਿ ਨਵਜੋਤ ਸਿੰਘ ਸਿੱਧੂ ਸਾਡੇ ਤੋਂ ਵੱਖਰਾ ਹੋ ਜਾਏ। ਨਵਜੋਤ ਸਿੰਘ ਸਿੱਧੂ ਦੇ ਵੱਖਰਾ ਹੋਣ ਦਾ ਮਤਲਬ ਹੈ ਕਿ ਪੰਜਾਬ 'ਚ ਕਾਂਗਰਸ ਦਾ ਟਾਇਰ ਪੈਂਚਰ ਹੋਣਾ, ਸਿਆਸੀ ਹਵਾ ਪੂਰੀ ਨਿਕਲ ਜਾਣੀ ਹੈ। ਪਿਛਲੀ ਵਾਰੀ ਵੀ ਪ੍ਰਗਟ ਸਿੰਘ, ਮਨਪ੍ਰੀਤ ਬਾਦਲ, ਕੈਪਟਨ ਨਵਜੋਤ ਸਿੰਘ ਸਿੱਧੂ, ਇਹ ਸਾਰੇ ਜਦੋਂ ਕਾਂਗਰਸ 'ਚ ਆਏ ਤੇ ਕਾਂਗਰਸ ਦਾ ਮਾਹੌਲ ਬਣਿਆ। ਕਾਂਗਰਸੀਆਂ ਨੂੰ ਆਪ ਉਮੀਦ ਨਹੀਂ ਸੀ ਉਹਨਾਂ ਦੀ ਸਰਕਾਰ ਬਣ ਜੂਗੀ। ਗਗਨ, ਇਹ ਤਾਂ ਸੁਖਬੀਰ ਬਾਦਲ ਨੇ ਖਾਲਿਸਤਾਨੀਆਂ ਨਾਲ ਮਿਲੇ ਹੁੰਦੇ ਇਲਜ਼ਾਮ ਲਾਤੇ ਆਮ ਆਦਮੀ ਪਾਰਟੀ ਤੇ ਫਾਇਦਾ ਸੁਖਬੀਰ ਦਾ ਵੀ ਨਹੀਂ ਹੋਇਆ ਤੇ ਆਮ ਆਦਮੀ ਪਾਰਟੀ ਨੂੰ ਵੀ ਜਿਹੜੀਆਂ ਵੋਟਾਂ ਪੈਣੀਆਂ ਸੀ ਉਹ ਵੀ ਕਾਂਗਰਸ ਨੂੰ ਭੁਗਤ ਗਈਆਂ ਲੋਕਾਂ ਦੀਆਂ ਸ਼ਹਿਰਾਂ 'ਚੋਂ। ਸੋ ਇਸ ਕਰਕੇ ਜੋੜ ਤੋੜ ਦੀ ਪਿਛਲੀ ਵਾਰੀ ਤਾਂ ਜਿਹੜੀ ਹੈ ਜੋੜ ਤੋੜ ਔਰ ਇਲਜ਼ਾਮਾਂ ਦੀ ਸਿਆਸਤ ਹੋਈ ਪਿਛਲੀ ਵਾਰੀ, ਪਰ ਲੋਕਾਂ ਨੂੰ ਕੈਪਟਨ ਤੋਂ ਇਸ ਗੱਲ ਦੀ ਬਹੁਤ ਆਸ ਸੀ ਕਿ ਬੇਅਦਬੀ ਦੇ, ਬਹਿਬਲ ਕਲਾਂ ਦੇ, ਬਰਗਾੜੀ ਦੇ, ਇਹ ਸਾਰੇ ਇਨਸਾਫ ਹੈ ਜਿਹੜੇ ਕੈਪਟਨ ਤੋਂ ਮਿਲ ਜਾਣੇ ਨੇ, ਕਿਉਂਕਿ ਕੈਪਟਨ ਨੇ ਕਿਹਾ ਸੀ ਮੈਂ ਇਨਸਾਫ ਦੇ ਦੂੰ। ਆ ਹੁਣ ਕੈਪਟਨ ਅਮਰਿੰਦਰ ਸਿੰਘ ਵੀਡੀਓ ਜਾਰੀ ਕਰਦੇ ਨੇ ਕਿ ਮੈਂ ਤਾਂ ਲੱਕ ਤੋੜਨ ਦੀ ਗੱਲ ਕੀਤੀ ਸੀ, ਮੈਂ ਨਸ਼ੇ ਦਾ ਲੱਕ ਤੋੜਤਾ। ਚਲੋ ਕਾਫੀ ਹੱਦ ਤੱਕ ਨਸ਼ੇ ਤੇ ਕੰਟਰੋਲ ਹੈ, ਇਹ ਮੰਨਣ ਵਾਲੀ ਗੱਲ ਹੈ, ਕਿਉਂਕਿ ਇਹ ਐਡਮਿਨਿਸਟ੍ਰੇਸ਼ਨ ਨਾਲ ਜੁੜਿਆ ਹੋਇਆ ਕੰਮ ਹੈ। ਗੈਂਗਸਟਰਵਾਦ ਤੇ ਵੀ ਕੰਟਰੋਲ ਕੀਤਾ ਕੈਪਟਨ ਅਮਰਿੰਦਰ ਨੇ, ਪਰ ਜਿਹੜੇ ਵੱਡੇ ਕੰਮ ਸੀ ਉਹ ਕੈਪਟਨ ਅਮਰਿੰਦਰ ਤੋਂ ਨਹੀਂ ਹੋਏ। ਹੁਣ ਕਾਂਗਰਸ ਦੀ ਹਾਈ ਕਮਾਂਡ ਜਦੋਂ ਪੰਜਾਬ 'ਚ ਮੁੱਖ ਮੰਤਰੀ ਦਾ ਚਿਹਰਾ ਦੇਣਾ ਹੋਊਗਾ 36 ਵਾਰ ਸੋਚੂਗਾ, ਤਾਂ ਹੀ ਤਾਂ ਲੱਗਦਾ ਕਿ ਸਿੱਧੂ ਦੀ ਪਿੱਠ ਤੇ ਥਾਪੀ ਹੈ ਹਾਈ ਕਮਾਂਡ ਦੀ। ਸਿੱਧੂ ਨੂੰ ਸਵਾਲ ਤੇ ਸਵਾਲ, ਕੈਪਟਨ ਅਮਰਿੰਦਰ ਨੂੰ ਸਵਾਲ ਤੇ ਸਵਾਲ ਸਿੱਧੂ ਚੱਕ ਰਿਹਾ। ਲੱਗਦਾ ਵੀ ਸਿੱਧੂ ਦੀ ਪਿੱਠ ਤੇ ਥਾਪੀ ਹੈ ਹਾਈ ਕਮਾਂਡ ਦੀ। ਖੁੱਲ੍ਹ ਕੇ ਟਵੀਟ ਕਰਦਾ ਸਿੱਧੂ, ਔਰ ਲੜਾਈ ਵੀ ਗਗਨ ਕਿਰਦਾਰਾਂ ਦੀ ਹੋਣੀ ਹੈ। ਔਰ ਕਾਂਗਰਸ ਨੂੰ ਇਹ ਮਹਿਸੂਸ ਹੋ ਗਿਆ ਹੋਣਾ ਪੱਛਮੀ ਬੰਗਾਲ 'ਚ ਮਮਤਾ ਬਨਰਜੀ ਦੀ ਜਿੱਤ ਤੋਂ ਬਾਅਦ ਕਿ ਜਿਵੇਂ ਦਿੱਲੀ 'ਚ ਕੇਜਰੀਵਾਲ, ਜਿਵੇਂ ਪੱਛਮੀ ਬੰਗਾਲ 'ਚ ਮਮਤਾ ਬਨਰਜੀ, ਉੱਦਾਂ ਦੀ ਪਸੰਦ ਲੋਕਾਂ ਦੀ ਨਵਜੋਤ ਸਿੰਘ ਸਿੱਧੂ ਹੈ। ਵੱਡੀ ਗਿਣਤੀ ਜਿਹੜੇ ਲੋਕ ਨੇ ਉਹ ਸਿੱਧੂ ਨੂੰ ਮੁੱਖ ਮੰਤਰੀ ਮੰਨੀ ਬੈਠੇ ਆਪਣੇ ਦਿਲਾਂ 'ਚ, ਉਹ ਤਾਂ ਉਮੀਦਵਾਰ ਮੰਨੀ ਬੈਠੇ। ਅਣਗਿਣਤ ਟੈਲੀਫੋਨ ਮੈਨੂੰ ਆ ਜਾਂਦੇ ਨੇ ਗਗਨ, ਔਰ ਮੈਂ ਆਪ ਕਈ ਵਾਰੀ ਲੋਕਾਂ ਨੂੰ ਕਹਿਣਾ ਵੀ ਮੈਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਪੱਤਰਕਾਰ ਸੰਮੇਲਨ 'ਚ ਇੱਕ ਅੱਧੀ ਵਾਰੀ ਮਿਲਿਆ। ਸੋ ਗੱਲ ਤਾਂ ਇਹ ਹੈ ਵੀ ਜਿਹੜਾ ਵਿਅਕਤੀ ਪੰਜਾਬ ਲਈ ਨਜ਼ਰ ਆ ਰਿਹਾ, ਆਵਾਜ਼ ਬੁਲੰਦ ਕਰਦਾ, ਕੰਮ ਕਰਦਾ, ਕੁਰਬਾਨੀ ਦਿੰਦਾ, ਅਹੁਦੇ ਤਿਆਗਦਾ, ਤੇ ਉਹ ਲੋਕਾਂ ਨੂੰ ਪ੍ਰਭਾਵਿਤ ਵੀ ਕਰ ਰਿਹਾ। ਔਰ ਲੋਕਾਂ ਨੂੰ ਉਹਦੀ ਕਹੀ ਤੇ ਭਰੋਸਾ ਇਸ ਕਰਕੇ ਹੈ, ਉਹਨੇ ਜੱਫੀ ਪਾਈ ਤੇ ਕਹਿਤਾ ਮੈਂ ਇਸ ਕਰਕੇ ਜੱਫੀ ਪਾਈ ਵੀ ਲਾਂਘਾ ਖੁੱਲ੍ਹਣਾ।
ਕੋਈ ਮੰਨਣ ਨੂੰ ਤਿਆਰ ਨਹੀਂ ਸੀ ਗਗਨ, ਨਾ ਬੀਜੇਪੀ ਵਾਲੇ ਮੰਨਣ ਨੂੰ ਤਿਆਰ ਸੀ, ਨਾ ਕੈਪਟਨ ਅਮਰਿੰਦਰ ਮੰਨਣ ਨੂੰ ਤਿਆਰ ਸੀ, ਨਾ ਨਵਜੋਤ ਸਿੰਘ ਸਿੱਧੂ ਦੀ ਕੈਬਨਿਟ ਦੇ ਮੰਤਰੀ। ਉਹ ਕਹਿੰਦੇ ਸੀ ਜੀ ਤੁਸੀਂ ਨਹੀਂ ਜਾਣਦੇ ਪਾਕਿਸਤਾਨ ਨੂੰ, ਤੁਹਾਨੂੰ ਨਹੀਂ ਪਤਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ, ਉਹ ਲਾਂਘਾ ਕਿਵੇਂ ਖੋਲ ਦੇਣਗੇ ਏਡੀ ਛੇਤੀ, ਔਰ ਤੁਹਾਨੂੰ ਕਿਉਂ ਦੱਸਣਗੇ ਜੱਫੀ ਪਾ ਕੇ। ਬਾਬੇ ਨਾਨਕ ਦੀ ਮਿਹਰ ਸੀ, ਹੋ ਗਈ, ਲਾਂਘਾ ਖੁੱਲ ਗਿਆ। ਫਿਰ ਸਾਰੇ ਉੱਥੇ ਗਏ ਮੱਥਾ ਟੇਕਣ, ਜਾਣਾ ਹੀ ਸੀ ਚਲੋ। ਫਿਰ ਪ੍ਰਧਾਨ ਮੰਤਰੀ ਸਾਹਿਬ ਨੇ ਇਧਰੋਂ ਲਾਂਘਾ ਉਦਘਾਟਨ ਕੀਤਾ ਕੋਰੀਡੋਰ ਦਾ। ਫਿਰ ਮਨਮੋਹਨ ਸਿੰਘ ਵੀ ਸਾਡੇ ਗਏ, ਕੋਵਿਡ ਤੋਂ ਠੀਕ ਹੋ ਗਏ, ਮੁਬਾਰਕਾਂ। ਕੈਪਟਨ ਅਮਰਿੰਦਰ ਵੀ ਗਏ। ਤੇ ਫਿਰ ਉਹੀ ਤਾਂ ਗੱਲ ਹੈ ਕਿ ਸਿੱਧੂ ਨੇ ਜੇ ਗੱਲ ਕਹੀ ਸੀ ਤੇ ਉਹ ਸੱਚ ਸੀ ਤੇ ਉਹ ਸੱਚ ਹੋ ਗਈ। ਲੋਕਾਂ ਨੂੰ ਸਿੱਧੂ ਦੀ ਜ਼ੁਬਾਨ ਤੇ ਭਰੋਸਾ ਹੋ ਗਿਆ, ਜਿਵੇਂ ਕੈਪਟਨ ਅਮਰਿੰਦਰ ਦੀ ਜ਼ੁਬਾਨ ਤੇ ਭਰੋਸਾ ਹੈ ਵੀ ਕੈਪਟਨ ਅਮਰਿੰਦਰ ਨੇ ਕਿਹਾ ਸੀ ਮੈਂ ਬੇਅਦਬੀਆਂ ਦੇ ਇਨਸਾਫ ਦਊਂਗਾ, ਲੋਕਾਂ ਨੇ ਵੋਟਾਂ ਪਾਈਆਂ। ਕੈਪਟਨ ਅਮਰਿੰਦਰ ਨੇ ਕਿਹਾ ਸੀ ਮੰਡੀਆਂ 'ਚ ਕਿਸਾਨ ਨਹੀਂ ਰੁਲਣਗੇ, ਚਲੋ ਕਿਸਾਨ ਨਹੀਂ ਰੁਲੇ। ਇਸ ਵਾਰ ਥੋੜੀਆਂ ਜਿਹੀਆਂ ਦਿੱਕਤਾਂ ਆਈਆਂ ਕਿਉਂਕਿ ਆੜਤੀਆਂ ਦੀ ਵੀ ਦਿੱਕਤ ਸੀ, ਕਿਸਾਨਾਂ ਦੀ ਵੀ ਦਿੱਕਤ ਸੀ। ਕੇਂਦਰ ਕਹਿੰਦਾ ਅਸੀਂ ਪੈਸੇ ਵੀ ਖਾਤਿਆਂ 'ਚ ਪਾਉਣੇ ਆ, ਔਰ ਕੈਪਟਨ ਅਮਰਿੰਦਰ ਘਰ ਘਰ ਨੌਕਰੀ, ਘਰ ਘਰ ਕਰਜ਼ਾ ਮਾਫੀ ਨਹੀਂ ਕਰ ਸਕੇ। ਉਹ ਸਵਾਲ ਹੈਗੇ ਨੇ। ਇਸ ਕਰਕੇ ਨਵਜੋਤ ਸਿੰਘ ਸਿੱਧੂ ਇਸ ਵਕਤ ਮੈਨੂੰ ਲੱਗਦਾ ਇੱਕ ਕਿਰਦਾਰ ਹੈ ਜਿਹੜਾ ਅਗਲੀ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਦੇ ਵਿੱਚ ਕਿਰਦਾਰ ਕੰਮ ਕਰੂਗਾ, ਜਿਵੇਂ ਮਮਤਾ ਬਨਰਜੀ ਤੇ ਕੇਜਰੀਵਾਲ ਦਾ ਕੀਤਾ ਗਗਨ। ਮੈਂ ਤਾਂ ਹੀ ਕਹਿੰਦਾ ਪੰਜਾਬ 'ਚ ਇਸ ਵਾਰ ਸਿੱਧੂ ਇੱਕ ਪਾਸੇ, ਬਾਕੀ ਸਾਰੇ ਇੱਕ ਪਾਸੇ। ਭਾਵੇਂ ਕਿਸੇ ਨੂੰ ਇਹ ਲੱਗਦਾ ਹੋਵੇ ਮੈਂ ਸਿੱਧੂ ਦੀ ਗੱਲ ਜ਼ਿਆਦਾ ਕਰਦਾ, ਪਰ ਜੋ ਨਜ਼ਰ ਆ ਰਿਹਾ ਸਿਆਸੀ ਤੌਰ ਤੇ ਪੰਜਾਬ 'ਚ ਉਹ ਇਹੀ ਸੱਚ ਹੈ। ਢਿੱਲੋਂ ਸਾਹਿਬ, ਇੱਕ ਪਾਸੇ ਚਲੋ ਨਵਜੋਤ ਸਿੰਘ ਸਿੱਧੂ ਹੋਣਾ ਚਿਹਰਿਆਂ ਦੀ ਗੱਲ ਆਪਾਂ ਵੱਖਰੀ ਰੱਖੀਏ, ਪਰ ਇਹ ਵੀ ਇਸ ਬਾਰੇ ਸਾਫ਼ ਹੋਇਆ ਹੈ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਕਿ ਖੇਤਰੀ ਪਾਰਟੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਅੱਗੇ ਆਈਆਂ ਨੇ। ਬੇਸ਼ੱਕ ਕੇਰਲ ਦੀ ਗੱਲ ਕਰੀਏ ਜਾਂ ਹੁਣ ਪੱਛਮੀ ਬੰਗਾਲ ਦੇ ਵਿੱਚ, ਉਹ ਵੀ ਖੇਤਰੀ ਪਾਰਟੀਆਂ ਇੱਕ ਤਰੀਕੇ ਦੇ ਨਾਲ। ਜਿਸ ਤਰ੍ਹਾਂ ਖੇਤਰੀ ਪਾਰਟੀਆਂ ਹੁਣ ਅੱਗੇ ਵਧ ਰਹੀਆਂ ਨੇ, ਕਿ ਪੰਜਾਬ ਦੇ ਵਿੱਚੋਂ ਵੀ ਕੋਈ ਨਵੀਂ ਖੇਤਰੀ ਪਾਰਟੀ ਉੱਠ ਕੇ ਪੰਜਾਬ ਦਾ ਨਵਾਂ ਸਮੀਕਰਨ ਬਦਲ ਸਕਦੀ ਹੈ? ਬਾਦਲ ਸਾਹਿਬ 5 ਵਾਰ ਮੁੱਖ ਮੰਤਰੀ ਰਹੇ ਨੇ, ਅਕਾਲੀ ਦਲ ਖੇਤਰੀ ਪਾਰਟੀ ਹੈ। ਬਾਦਲ ਸਾਹਿਬ ਐਵੇਂ ਥੋੜੀ ਮੁੱਖ ਮੰਤਰੀ ਬਣ ਗਏ। ਪ੍ਰਕਾਸ਼ ਸਿੰਘ ਬਾਦਲ 'ਚ ਭਰੋਸਾ ਸੀ ਲੋਕਾਂ ਨੂੰ, ਦੇਖੋ ਤਾਂ ਹੀ 5 ਸਾਲ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਨਾ। ਜਿਹੜੇ ਸੂਬੇ 'ਚ ਵੀ ਦੂਜੀਆਂ, ਦੇਖੋ ਕਿਰਦਾਰ ਸੀ, ਪ੍ਰਕਾਸ਼ ਸਿੰਘ ਬਾਦਲ ਦਾ ਕਿਰਦਾਰ ਸੀ। ਕਿਸੇ ਵੇਲੇ ਕਿੰਨਾ ਲੋਕਾਂ ਲਈ ਕੀਤਾ, ਬਿਜਲੀ ਮਾਫ ਕੀਤੀ ਕਿਸਾਨਾਂ ਲਈ। ਜਿਹੜੇ ਸੂਬਿਆਂ 'ਚ ਖੇਤਰੀ ਪਾਰਟੀਆਂ ਦੇ ਲੀਡਰ ਜਿੱਤੇ ਨੇ ਉਹ ਠੀਕ ਹੈ। ਪਿਛਲੇ ਰਾਜ 'ਚ ਬੇਅਦਬੀਆਂ ਹੋਈਆਂ ਬਾਦਲ ਸਾਹਿਬ ਦੇ, ਪਿਛਲੇ ਸਾਲ ਦੇ ਵਿੱਚ ਬਹੁਤ ਮਾਈਨਿੰਗ, ਰੇਤ ਮਾਈਨਿੰਗ, ਕਈ ਤਰ੍ਹਾਂ ਦੇ ਮਾਫੀਏ ਜੰਮੇ। ਸੁਖਬੀਰ ਬਾਦਲ ਨਹੀਂ ਕੰਟਰੋਲ ਕਰ ਸਕਿਆ, ਪ੍ਰਕਾਸ਼ ਸਿੰਘ ਬਾਦਲ ਨਹੀਂ ਕੰਟਰੋਲ ਕਰ ਸਕੇ, ਉਹਦਾ ਭੁਗਤ ਰਹੇ ਨੇ ਅਕਾਲੀ। ਸੱਤਾ 'ਚੋਂ ਬਾਹਰ ਹੋ ਗਏ, 10 ਸਾਲ ਸੱਤਾ ਦੀ ਮੌਜ ਮਾਣੀ, ਹੁਣ ਬਾਹਰ ਹੋ ਗਏ। ਹੁਣ ਵੀ ਨਹੀਂ ਪਤਾ ਇਸ ਵਾਰ ਆਉਂਦੇ ਨੇ ਕਿ ਨਹੀਂ ਆਉਂਦੇ, ਕਿਉਂਕਿ ਮੁਕਾਬਲਾ ਬਹੁਤ ਸਖਤ ਹੈ। ਪ੍ਰਕਾਸ਼ ਸਿੰਘ ਬਾਦਲ ਬਹੁਤ ਜ਼ਿਆਦਾ ਬਜ਼ੁਰਗ ਹੋ ਗਏ। ਸੁਖਬੀਰ ਬਾਦਲ ਤੇ ਸਿਆਸੀ ਸਵਾਲ ਖੜੇ ਨੇ, ਕਈ ਲੋਕ ਛੱਡ ਕੇ ਚਲੇ ਗਏ ਸੁਖਬੀਰ ਬਾਦਲ ਨੂੰ। ਸੋ ਸੁਖਬੀਰ ਬਾਦਲ ਲਈ ਵੀ ਇਹ ਟੈਸਟ ਹੈ। ਪਰ ਸੁਖਬੀਰ ਬਾਦਲ ਲੋਕਾਂ ਦੀ ਨਜ਼ਰ 'ਚ ਆਪ ਮੁਹਾਰੇ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ। ਅਕਾਲੀ ਦਲ ਵਾਲੇ ਕਹਿ ਸਕਦੇ ਆ ਕਿ ਸੁਖਬੀਰ ਬਾਦਲ ਮੁੱਖ ਮੰਤਰੀ ਦਾ ਉਮੀਦਵਾਰ ਹੈ। ਸੁਖਬੀਰ ਬਾਦਲ ਆਪ ਨਹੀਂ ਮੰਨਦਾ ਵੀ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਹਾਂ। ਸੁਖਬੀਰ ਬਾਦਲ ਕਹਿੰਦਾ ਵੱਡੇ ਬਾਦਲ ਸਾਹਿਬ ਸਾਡੇ ਉਮੀਦਵਾਰ। ਤੇ ਫਿਰ ਮੈਂ ਸੁਖਬੀਰ ਬਾਦਲ ਨੂੰ ਮੁਕਾਬਲੇ 'ਚ ਕਿਵੇਂ ਮੰਨ ਲਾਂ ਗਗਨ, ਜਦੋਂ ਸੁਖਬੀਰ ਬਾਦਲ ਆਪ ਹੀ ਕਹੀ ਜਾਂਦਾ ਕਿ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਦੇ ਉਮੀਦਵਾਰ ਹੋਣਗੇ। ਵੱਡੇ ਬਾਦਲ ਸਾਹਿਬ ਕਾਫੀ ਜ਼ਿਆਦਾ ਬਜ਼ੁਰਗ ਨੇ, ਜਿਵੇਂ ਸਾਡੇ ਘਰਾਂ 'ਚ ਬਜ਼ੁਰਗ ਹੈ, ਅਸੀਂ ਕਹਿੰਦੇ ਹਾਂ ਹੁਣ ਤੁਸੀਂ ਬਾਹਰ ਨਹੀਂ ਜਾਣਾ, ਕੋਵਿਡ ਦੀਆਂ ਸਥਿਤੀਆਂ ਨੇ, ਉਹਨਾਂ ਨੂੰ ਵੀ ਘਰੇ ਰਹਿਣਾ ਚਾਹੀਦਾ, ਉਹ ਰਹਿ ਵੀ ਰਹੇ ਨੇ। ਹੁਣ ਵਿਧਾਨ ਸਭਾ 'ਚ ਵੀ ਨਹੀਂ ਜਾਂਦੇ ਕਿਉਂਕਿ ਉਮਰ ਜ਼ਿਆਦਾ ਹੋ ਗਈ। ਸੋ ਸੁਖਬੀਰ ਬਾਦਲ ਕਹਿੰਦਾ ਸਾਡੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਹੋਣਗੇ। ਹੁਣ ਪ੍ਰਕਾਸ਼ ਸਿੰਘ ਬਾਦਲ ਐਡੀ ਜ਼ਿਆਦਾ ਸਿਆਣੀ ਉਮਰ ਹੋ ਗਈ, ਬਾਹਰ ਨਿਕਲਣ ਦੀ ਪੋਜੀਸ਼ਨ 'ਚ ਇਸ ਵਕਤ ਨਹੀਂ ਨੇ। ਕੋਵਿਡ ਦੇ ਹਾਲਾਤ ਨੇ, ਚੋਣਾਂ ਆ ਗਈਆਂ 8-9 ਮਹੀਨੇ ਸਾਲ ਨੂੰ, ਕੀ ਕਰਨਗੇ ਅਕਾਲੀ? ਅਕਾਲੀ ਬਿਹਤਰ ਜਾਣਦੇ ਨੇ। ਹਾਂ, ਹਰਸਿਮਰਤ ਬਾਦਲ ਨੂੰ ਲਿਆ ਸਕਦੇ ਨੇ ਵੀ ਬੀਬੀ ਐਤਕੀ ਅਗਵਾਈ ਕਰੂ ਹਰਸਿਮਰਤ ਬਾਦਲ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਤੌਰ ਤੇ, ਉਹ ਲਿਆ ਸਕਦੇ ਨੇ। ਉਹ ਗੱਲ ਤੋਰਨਗੇ ਵੀ ਅਸੀਂ ਕੁਰਬਾਨੀ ਦਿੱਤੀ ਸੀ ਖੇਤੀ ਕਾਨੂੰਨਾਂ ਤੇ, ਭਾਵੇਂ ਉਹ ਕੁਰਬਾਨੀ ਨਹੀਂ ਸੀ। ਕੁਰਬਾਨੀ ਹੁੰਦੀ ਹੈ ਲੋਕਾਂ ਦੀ ਆਵਾਜ਼ ਨਵਜ ਪਛਾਣ ਕੇ ਅਗਵਾਈ ਕਰਨੀ। ਹਰਸਿਮਰਤ ਬਾਦਲ ਸਭ ਤੋਂ ਪਹਿਲਾਂ ਅਸਤੀਫਾ ਦੇ ਕੇ ਪੰਜਾਬ ਦੇ ਲੋਕਾਂ ਨੂੰ ਕਹਿੰਦੀ ਵੀ ਮੈਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੀ ਹਾਂ ਤੇ ਅਸੀਂ ਸਾਰੇ ਮਿਲ ਕੇ ਸਰਕਾਰ ਨੂੰ ਕਵਾਂਗੇ ਕਾਨੂੰਨ ਗਲਤ ਨੇ। ਹਰਸਿਮਰਤ ਬਾਦਲ ਨੇ ਤਾਂ ਉਦੋਂ ਅਸਤੀਫਾ ਦਿੱਤਾ ਜਦੋਂ ਲੋਕ ਸੜਕਾਂ ਤੇ ਆ ਗਏ ਸੀ, ਪੰਜਾਬ 'ਚ ਧਰਨੇ ਚੱਲ ਰਹੇ ਸੀ, ਉਦੋਂ ਤਾਂ ਸਿਆਸੀ ਮਜਬੂਰੀ ਸੀ। ਸੋ ਇਹੀ ਮੈਂ ਫਰਕ ਸਮਝਾ ਰਿਹਾ ਕਿ ਸਿੱਧੂ ਨੇ ਲੋਕਾਂ ਦੇ ਸਵਾਲ ਚੁੱਕਣ ਤੋਂ ਪਹਿਲਾਂ ਜਵਾਬ ਦਿੱਤਾ ਕਿ ਆਹ ਮੇਰੀ ਸਥਿਤੀ ਹੈ, ਮੈਂ ਇੱਥੇ ਖੜਾ। ਸੋ ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਹੋ ਨਾ ਗਗਨ, ਦੂਜੇ ਸੂਬਿਆਂ ਦੇ ਵਿੱਚ ਵੀ ਜਿੱਥੇ ਜਿੱਥੇ ਹੁਣ ਦੇਖੋ ਸਟਾਲਿਨ ਨੇ, ਉਹਨਾਂ ਦੇ ਪਿਤਾ ਉਹ ਕਿੱਡੇ ਸਿਆਸਤ 'ਚ ਉਹਨਾਂ ਦਾ ਨਾਂ ਸੀ। ਸੋ ਜਿਹੜੇ ਪਰਿਵਾਰ ਨੇ, ਕਿਰਦਾਰ ਨੇ ਸਿਆਸਤ ਦੇ ਵਿੱਚ ਮਿਹਨਤ ਕੀਤੀ ਹੈ, ਲੋਕਾਂ ਦਾ ਸਾਥ ਹਾਸਲ ਕੀਤਾ, ਉਹਨੇ ਸਰਕਾਰ ਬਣਾਈ ਹੈ। ਜੀ
ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਜੇਕਰ ਹੁਣ ਜਾਂਦੇ ਜਾਂਦੇ ਪੰਜਾਬ ਤੇ ਕੋਵਿਡ ਦੇ ਹਾਲਾਤਾਂ ਦੇ ਵੱਲ ਚੱਲੀਏ ਤਾਂ ਕੋਵਿਡ ਹਾਲਾਤ ਵੀ ਪੰਜਾਬ ਦੇ ਵਿੱਚ ਕੋਈ ਬਹੁਤੇ ਸਾਰਥਕ ਨਜ਼ਰ ਨਹੀਂ ਆ ਰਹੀ। ਗੱਲ ਪੰਜਾਬ ਦੇ ਵਿੱਚ ਬੀਤੇ ਦਿਨੀ ਜਿਹੜੀਆਂ ਸਖਤਾਈਆਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵਧਾ ਦਿੱਤੀਆਂ ਗਈਆਂ ਨੇ, ਹਾਲਾਂਕਿ ਇਹਨੂੰ ਇੱਕ ਤਰੀਕੇ ਦੇ ਨਾਲ ਅੱਧਾ ਕੁ ਲੋਕਡਾਊਨ ਮੰਨ ਸਕਦੀਆਂ, ਕਿਉਂਕਿ ਸਾਰੀਆਂ ਦੁਕਾਨਾਂ ਮੁਕੰਮਲ ਤੌਰ ਦੇ ਉੱਤੇ ਬੰਦ, ਸਿਰਫ ਜ਼ਰੂਰੀ ਖੁੱਲਣਗੀਆਂ। ਦੇਖੋ ਪੰਜਾਬ 'ਚ ਭਾਵੇਂ ਕੇਸ ਨੇ ਜਿਹੜੇ ਵੱਧ ਤੋਂ ਵੱਧ, ਚਲੋ ਹਜੇ ਅਸੀਂ 7000 ਤੋਂ ਹੀ ਮਾੜਾ ਜਿਹਾ ਉੱਤੇ ਗਏ ਆ, ਅਸੀਂ ਹਜੇ 8000 ਤੋਂ ਹੇਠਾਂ, ਇਹ ਸਾਡੇ ਲਈ ਬਹੁਤ ਵੱਡੀ ਸੰਤੁਸ਼ਟੀ ਆ। 8000 ਨਹੀਂ, ਅਸੀਂ 7500 ਤੋਂ ਹੇਠਾਂ, ਅਸੀਂ 7500 ਤੋਂ ਹੇਠਾਂ। ਹਰਿਆਣਾ ਦੇਖ ਲਓ, ਇੱਕ ਹਫ਼ਤੇ ਦਾ ਮੁਕੰਮਲ ਲਾਕਡਾਊਨ, ਕੇਸ ਪੰਜਾਬ ਨਾਲੋਂ ਕਿੰਨੇ ਜ਼ਿਆਦਾ। ਦਿੱਲੀ ਦੇਖ ਲਓ, ਪੰਜਾਬ ਨਾਲੋਂ 4 ਗੁਣਾ ਕੇਸ ਪਹੁੰਚ ਗਏ ਸੀ, ਲਗਭਗ 4 ਗੁਣਾ। ਦਿੱਲੀ 'ਚ ਦੇਖ ਲਓ, ਹਟਦੇ ਹੀ ਨਹੀਂ ਕੇਸ, ਘਟਦੇ ਹੀ ਨਹੀਂ। ਮੁਲਕ 'ਚ ਦੇਖ ਲਓ, ਪੌਣੇ 4 ਲੱਖ ਟੱਚ ਕਰਿਆ ਆ ਜੀ। ਸੋ ਇਸ ਕਰਕੇ ਪੰਜਾਬ 'ਚ ਫਿਰ ਵੀ ਸਥਿਤੀਆਂ ਉਨੀਆਂ ਜ਼ਿਆਦਾ ਗੰਭੀਰ ਨਹੀਂ ਹੈ। ਪਰ ਪੰਜਾਬ ਦੀ ਦੇਖੋ, ਮੈਂ ਜਿਵੇਂ ਕਿਹਾ ਵੀ ਕੈਪਟਨ ਅਮਰਿੰਦਰ ਕਈ ਮਾਮਲਿਆਂ 'ਚ ਚੰਗੇ ਐਡਮਿਨਿਸਟ੍ਰੇਟਰ ਨੇ। ਇਸ ਵਾਰ ਕੈਪਟਨ ਅਮਰਿੰਦਰ ਨੇ ਕੀ ਕੀਤਾ ਕਿ ਕਰਿਆਨੇ ਦੀ ਦੁਕਾਨ ਖੁੱਲੂ, ਰਾਸ਼ਨ ਦੀ ਖੁੱਲੂ, ਆਟੇ ਦਾਲ ਵਾਲੀ ਖੁੱਲੂ, ਕੈਮਿਸਟ ਦੀ ਖੁੱਲੂ, ਹਸਪਤਾਲ ਖੁੱਲਣਗੇ ਤਾਂ ਕਿ ਘੱਟੋ ਘੱਟ ਲੋਕ ਰੋਜ਼ਮर्रा ਦੀ ਜ਼ਿੰਦਗੀ ਦਾ ਸਮਾਨ ਲੈ ਕੇ ਆਉਣ। ਮੈਨੂੰ ਇਹ ਲੱਗਦਾ ਹੈ ਕਿ ਪ੍ਰਾਈਵੇਟ ਦਫ਼ਤਰ ਮੁਕੰਮਲ ਬੰਦ ਕਰਤੇ, ਪੂਰੇ ਮੁਕੰਮਲ ਬੰਦ ਨਹੀਂ ਸੀ ਕਰਨੇ ਚਾਹੀਦੇ। ਇਹ ਕਹਿ ਦਿੰਦੇ ਕਿ ਪ੍ਰਾਈਵੇਟ ਦਫ਼ਤਰ 'ਚ ਇੱਕ ਵਿਅਕਤੀ ਜਾਂ 2 ਵਿਅਕਤੀ ਹੈ ਜਿਹੜੇ ਪ੍ਰਤੀ ਕਮਰਾ ਇੱਕ ਵਿਅਕਤੀ ਕੰਮ ਕਰ ਸਕਦੇ ਨੇ। ਅਗਰ ਪ੍ਰਾਈਵੇਟ ਦਫ਼ਤਰ 'ਚ 2 ਵਿਅਕਤੀ ਵੀ ਆਉਂਦੇ ਨੇ ਤੇ ਉਹ ਪ੍ਰਾਈਵੇਟ ਦਫ਼ਤਰ ਦਾ ਕੰਮ ਚੱਲ ਸਕਦਾ। ਹੁਣ ਇਹ ਕਹਿ ਦੇਣਾ ਵਰਕ ਫਰੋਮ ਹੋਮ, ਇਹ ਤਾਂ ਉਹੀ ਗੱਲ ਹੈ ਵੀ ਆਪਣੀ ਵਾਰੀ ਨੂੰ ਰੈਲੀਆਂ ਤੇ ਦੂਜੀ ਵਾਰੀ ਨੂੰ ਵਰਕ ਫਰੋਮ ਹੋਮ। ਚਲੋ ਕੈਪਟਨ ਨੇ ਤਾਂ ਰੈਲੀਆਂ ਨਹੀਂ ਕੀਤੀਆਂ, ਕੈਪਟਨ ਨੇ ਤਾਂ ਰੈਲੀਆਂ ਨੂੰ ਪਾਬੰਦੀ ਹੋਈ ਲਾਈ ਹੈ, ਪਰ ਕੇਂਦਰ ਦੀਆਂ ਵੀ ਗਾਈਡਲਾਈਨਸ ਦੇਖਦੇ ਆ ਨਾ ਸੂਬੇ, ਕੇਂਦਰ ਤੋਂ ਵੀ ਇਹ ਗਾਈਡਲਾਈਨਸ ਆਈਆਂ ਨੇ। ਸੋ ਕਹਿੰਦੇ ਵਰਕ ਫਰੋਮ ਹੋਮ। ਹੁਣ ਕੋਈ ਵੀ ਇੱਕ ਦਫ਼ਤਰ ਹੈ, ਅਗਰ ਉੱਥੇ 10 ਕੰਪਿਊਟਰ ਹੈ, ਵਰਕ ਫਰੋਮ ਹੋਮ ਕਿਵੇਂ ਹੋਊਗਾ? ਸਾਰਾ ਕੁਝ ਤਾਂ ਆਨਲਾਈਨ ਹੈ ਕਿ ਹਰ ਘਰ 'ਚ ਕੰਪਿਊਟਰ ਹੈ, ਹਰ ਘਰ 'ਚ ਲੈਪਟਾਪ ਹੈ। ਮੋਬਾਈਲ ਤੋਂ ਦਫ਼ਤਰੀ ਕੰਮ ਤੁਸੀਂ ਕਿੱਥੋਂ ਕਰ ਲਓਗੇ? ਮੋਬਾਈਲ 'ਚ ਤੁਸੀਂ ਦਫ਼ਤਰ ਦੇ ਈਮੇਲ ਕਿੱਥੋਂ ਖੋਲ੍ਹ ਲਓਗੇ? ਬਿੱਲ ਕਿੱਥੋਂ ਮੋਬਾਈਲ 'ਚ ਲਿਆਓਗੇ ਦਫ਼ਤਰ ਵਾਲੇ? ਸੋ ਇਸ ਕਰਕੇ ਸਰਕਾਰਾਂ ਨੂੰ ਵਪਾਰ ਬਚਾਉਣ ਵਾਲੇ ਪਾਸੇ ਬਹੁਤ ਧਿਆਨ ਨਾਲ ਸੋਚਣਾ ਚਾਹੀਦਾ ਹੈ, ਜਾਨ ਬਚਾਉਣ ਵਾਲੇ ਪਾਸੇ ਬਹੁਤ ਧਿਆਨ ਨਾਲ ਸੋਚਣਾ ਚਾਹੀਦਾ ਹੈ। ਚਾਹੀਦਾ ਕੀ ਸੀ? ਪਹਿਲਾਂ ਹੀ ਤੁਸੀਂ ਆਕਸੀਜਨ ਮੁਕੰਮਲ ਰੱਖਦੇ, ਪਹਿਲਾਂ ਹੀ ਤੁਸੀਂ ਲੋਕਾਂ ਨੂੰ ਸੁਚੇਤ ਅਵੇਅਰ ਕਰਕੇ ਰੱਖਦੇ, ਪਹਿਲਾਂ ਹੀ ਵੈਕਸੀਨੇਸ਼ਨ ਦੇ ਪ੍ਰਬੰਧ ਕਰਕੇ ਰੱਖਦੇ। ਉਦੋਂ ਤਾਂ ਵੈਕਸੀਨ ਬਾਹਰ ਜਾ ਰਹੀ ਹੈ, ਆਕਸੀਜਨ ਦੂਜੇ ਮੁਲਕਾਂ ਨੂੰ ਜਾ ਰਹੀ ਹੈ। ਹੁਣ ਅਸੀਂ ਇੱਥੇ ਕਮੀ ਦਾ ਸ਼ਿਕਾਰ ਹੋ ਰਹੇ ਹਾਂ, ਕਿੰਨੇ ਲੋਕ ਚਲੇ ਗਏ। ਪਰ ਫਿਰ ਵੀ ਰੱਬ ਦੀ ਮਿਹਰ ਹੈ ਕਿ ਪੰਜਾਬ 'ਚ ਸਥਿਤੀਆਂ ਹਜੇ ਕੰਟਰੋਲ 'ਚ ਨੇ, ਔਰ ਇਹ ਜਿਹੜਾ ਲਾਕਡਾਊਨ ਹੈ ਔਖੇ ਸੌਖੇ ਅਸੀਂ ਕੁਝ ਦਿਨ ਕੱਟ ਲਈਏ, ਭਾਵੇਂ ਕੇਂਦਰ ਵਾਲੇ ਸਮੇਂ ਸਿਰ ਨਹੀਂ ਜਾਗੇ, ਫਿਰ ਵੀ ਕੁਝ ਦਿਨ ਅਸੀਂ ਔਖੇ ਸੌਖੇ ਕੱਟ ਲਈਏ। ਇਹਦੇ 'ਚ ਹੀ ਸਾਡਾ ਭਲਾ ਹੈ, ਸਾਡੇ ਸੂਬੇ ਦਾ ਭਲਾ ਹੈ, ਦੇਸ਼ ਦਾ ਭਲਾ ਹੈ, ਔਰ ਅਸੀਂ ਜ਼ਰੂਰ ਨਿਯਮਾਂ ਦੀ ਪਾਲਣਾ ਕਰੀਏ। ਸਕੂਟਰ ਤੇ 1 ਤੋਂ ਵੱਧ ਵਿਅਕਤੀ ਨਹੀਂ ਜਾ ਸਕਦਾ, ਕਾਰ 'ਚ 2 ਤੋਂ ਵੱਧ ਨਹੀਂ। ਸਿਰਫ ਜ਼ਰੂਰੀ ਦੁਕਾਨਾਂ ਖੁੱਲਣਗੀਆਂ, ਗੈਰ ਜ਼ਰੂਰੀ ਨਹੀਂ ਖੁੱਲਣੀਆਂ। ਮਾਸਕ ਸਾਰੇ ਪਾ ਕੇ ਆਓ, ਜਦੋਂ ਬਾਹਰ ਆਓ ਘਰੇ ਵੀ ਪਾ ਕੇ ਰੱਖੋ। ਹੁਣ ਤਾਂ ਕਹਿੰਦੇ ਜੀ ਅਗਰ ਬਹੁਤ ਜ਼ਰੂਰੀ ਗਾਈਡਲਾਈਨਸ ਜਿਹੜੀਆਂ ਨੇ ਇਹ ਵੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਦਿੱਤੀਆਂ ਜਾਂਦੀਆਂ ਨੇ, ਔਰ ਸ਼ੁਕਰ ਕਰੀਏ ਕਿ ਆ ਜਿਹੜੀਆਂ ਜਿੱਤਾਂ ਹੋਈਆਂ ਨੇ, ਰਾਜਨੀਤਿਕ ਰੈਲੀਆਂ ਨਹੀਂ ਕੱਢ ਲਈਆਂ ਇਹਨਾਂ ਨੇ, ਜੇਤੂ ਜਲੂਸ ਨਹੀਂ ਕੱਢ ਲਏ ਲੀਡਰਾਂ ਨੇ, ਇਹਨਾਂ ਨੇ ਸਾਨੂੰ ਕਰੋਨਾ ਕਰਨਾ ਸੀ ਮੁੜ ਕੇ। ਬਿਲਕੁਲ ਆ ਲੀਡਰਾਂ ਦੇ ਕਾਰਕੁਨਾਂ ਨੇ ਗਲੇ 'ਚ ਮਫਰਲ ਪਾ ਕੇ ਐਂ ਜਾਂਦੇ ਸੀ ਰੈਲੀਆਂ 'ਚ ਜਿਵੇਂ ਫਿਲਮ ਦੀ ਸ਼ੂਟਿੰਗ ਤੇ ਚੱਲੇ ਹੁੰਦੇ ਕਾਰਕੁਨ ਪੋਲੀਟੀਕਲ ਪਾਰਟੀਆਂ ਦੇ। ਬਿਲਕੁਲ। ਤੇ ਆ ਹੁਣ ਦੇਖ ਲਓ ਸ਼ਮਸ਼ਾਨਾਂ 'ਚ ਵੀ ਵਾਰੀ ਨਹੀਂ ਆਉਂਦੀ। ਇਹ ਸਥਿਤੀਆਂ ਨੇ। ਆਕਸੀਜਨ ਦੇ ਸਿਲੰਡਰ ਬਿਨਾਂ ਲੋਕ ਦੁਨੀਆ ਤੋਂ ਜਾਈ ਜਾਂਦੇ ਨੇ, ਔਰ ਸਿਲੰਡਰਾਂ ਦੇ ਨਾਂ ਤੇ ਸਿਆਸਤ ਕਿੱਡੀ ਕੀਤੀ ਸਾਡੇ ਮੁਲਕ 'ਚ ਲੋਕਾਂ ਨੇ ਜੀ ਵੀ ਜੀ ਸਿਲੰਡਰ ਦੇ ਦਈਏ ਜੀ। ਆਕਸੀਜਨ ਵਾਲੇ ਸਿਲੰਡਰਾਂ ਦੀ ਲੋੜ ਸੀ, ਲੋੜ ਚਾਹ ਦੀ ਹੋਵੇ ਹੈ ਜੀ, ਵਿਅਕਤੀ ਨੂੰ ਕਿਸੇ ਨੂੰ ਪਿਲਾਈਏ ਆਪਾਂ ਉਹਨੂੰ ਜੂਸ। ਸੋ ਇਸ ਕਰਕੇ ਆਕਸੀਜਨ ਦੀ ਕਮੀ ਸਾਡੀ ਸਰਕਾਰ, ਸਾਡੇ ਸਿਸਟਮ ਦੇ ਮੱਥੇ ਤੇ ਕਲੰਕ ਹੈ ਕਿ ਸਾਡੀਆਂ ਸਰਕਾਰਾਂ ਸਮੇਂ ਸਿਰ, ਲੋਕਾਂ ਨੇ ਪੈਸਾ ਦਿਲ ਖੋਲ ਕੇ ਦਾਨ ਦਿੱਤਾ, ਕੰਪਨੀਆਂ ਨੇ ਪੈਸਾ ਦਿਲ ਖੋਲ ਕੇ ਦਿੱਤਾ ਲੋਕਾਂ ਦੀ ਮਦਦ ਲਈ। ਅਸੀਂ ਵੀ ਜਿਹੜਾ ਰਾਹਤ ਫੰਡ 'ਚ ਪੈਸਾ ਜਾਂਦਾ ਹੈ, ਇੱਕ ਅਦਾਰੇ ਨੂੰ ਅਸੀਂ ਵੀ ਆਪਣੇ ਚੈਨਲ ਵੱਲੋਂ ਮਦਦ ਦਿੱਤੀ ਸੀ, 1 ਲੱਖ ਰੁਪਏ ਦੀ ਮਦਦ, ਤਾਂ ਕਿ ਉਹ ਉਸ ਅਦਾਰੇ ਜ਼ਰੀਏ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰਾਹਤ ਫੰਡ 'ਚ ਉਹ ਜਾਣ, ਤਾਂ ਕਿ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮਿਲਣ, ਆਕਸੀਜਨ ਦੇ ਸਿਲੰਡਰ ਸਮੇਂ ਸਿਰ ਤਿਆਰ ਹੋਣ। ਸੋ ਇਸ ਕਰਕੇ ਸਰਕਾਰਾਂ ਨੂੰ ਬਹੁਤ ਜ਼ਿਆਦਾ ਸੋਚਣਾ ਚਾਹੀਦਾ ਸੀ ਗਗਨ। ਬਾਕੀ ਪੰਜਾਬ 'ਚ ਅਸੀਂ ਸਾਰੇ ਖਿਆਲ ਰੱਖੀਏ, ਇਹ ਬੜਾ ਜ਼ਰੂਰੀ ਹੈ।
ਬਿਲਕੁਲ। ਸੋ ਹੁਣ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਦੇ ਵਿੱਚ ਇਹ ਵੀ ਗੱਲ ਖਾਸ ਕਰਕੇ ਆ, ਜੇਕਰ ਤੁਸੀਂ ਪੰਜਾਬ ਤੇ ਬਾਹਰੀ ਸੂਬੇ ਚੋਂ ਪੰਜਾਬ ਦੇ ਵਿੱਚ ਆਉਣਾ ਹੈ ਤਾਂ ਆਉਣ ਤੋਂ ਪਹਿਲਾਂ ਤੁਹਾਨੂੰ 72 ਘੰਟੇ ਪੁਰਾਣੀ ਜਾਂ ਤਾਂ ਤੁਹਾਡੀ ਕਰੋਨਾ ਨੈਗੇਟਿਵ ਰਿਪੋਰਟ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਜਾਂ ਫਿਰ ਤੁਹਾਡੇ ਕੋਲ ਜਿਹੜਾ ਇੱਕ ਹਫ਼ਤਾ, ਤਕਰੀਬਨ ਇੱਕ ਹਫ਼ਤੇ ਤੋਂ ਤੁਹਾਡੇ ਮੈਡੀਸਨ ਲੱਗੀ ਹੋਵੇ, ਕਰੋਨਾ ਵੈਕਸੀਨ ਲੱਗੀ ਹੋਵੇ, ਤਾਂ ਹੀ ਤੁਸੀਂ ਪੰਜਾਬ ਦੇ ਵਿੱਚ ਐਂਟਰ ਕਰ ਸਕੋਗੇ। ਅਦਰਵਾਈਜ਼ ਪੰਜਾਬ ਦੀਆਂ ਐਂਟਰੀਆਂ ਦੇ ਉੱਤੇ ਹੁਣ ਪੂਰਨ ਤੌਰ ਦੇ ਉੱਤੇ ਫੁੱਲ ਸਟਾਪ ਪੰਜਾਬ ਦੇ ਮੁੱਖ ਮੰਤਰੀ ਤੇ ਲਵਾ ਦਿੱਤਾ ਗਿਆ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀ ਕਿਰਿਆ ਕਿੱਧਰ ਨੂੰ ਜਾਂਦੀ ਹੈ, ਤੇ ਖਾਸ ਤੌਰ ਦੇ ਉੱਤੇ ਨਾਲ ਪੰਜਾਬ ਦੀ ਸਿਆਸਤ, ਹੁਣ ਕੁਆਰੰਟਾਈਨ ਸਿਆਸਤ ਚੱਲਣੀ ਹੈ ਪੰਜਾਬ ਦੇ ਵਿੱਚ, ਉਸ ਕੁਆਰੰਟਾਈਨ ਸਿਆਸਤ ਦਾ ਅੰਤ 2022 ਤੱਕ ਹੋਣਾ ਕਿਹੋ ਜਿਹਾ ਹੋਏਗਾ ਉਹ ਜ਼ਰੂਰ ਵੇਖਾਂਗੇ। ਹੁਣੇ ਦੇਖੋ ਆਈ ਹੈ ਮੇਰੇ ਕੋਲ ਇਨਫੋਰਮੇਸ਼ਨ, ਦੁਰਗਾਪੁਰ ਤੋਂ 120 ਟਨ ਆਕਸੀਜਨ ਲੈ ਕੇ ਦਿੱਲੀ ਪਹੁੰਚੀ ਹੈ ਆਕਸੀਜਨ ਐਕਸਪ੍ਰੈਸ। ਅਸੀਂ ਦੁੱਖ 'ਚ ਕਹਿੰਦੇ ਹੁੰਦੇ ਸੀਗੇ ਵੀ ਕੈਂਸਰ ਟ੍ਰੇਨ ਚੱਲਦੀ ਹੈ, ਆ ਲਓ ਆਕਸੀਜਨ ਟ੍ਰੇਨ ਚੱਲਣ ਲੱਗ ਗਈ। ਇਹ ਹਰ ਚੀਜ਼ ਮੁਮਕਿਨ ਦੀਆਂ ਗੱਲਾਂ ਕਰਦੇ ਸੀ, ਆਕਸੀਜਨ ਰੇਲ ਗੱਡੀਆਂ 'ਚ ਆ ਰਹੀ ਹੈ, ਹੁਣ ਆ ਰਹੀ ਹੈ ਆਕਸੀਜਨ ਟ੍ਰੇਨ। ਉਹਦੀ ਲੋੜ ਕੀ ਸੀ? ਭਾਵੇਂ ਰਿਕਸ਼ਾ ਤੇ ਭੇਜ ਦਿੰਦੇ ਸਿਲੰਡਰ ਰੱਖ ਕੇ, 3 ਮਹੀਨੇ ਪਹਿਲਾਂ ਭੇਜ ਕੇ ਇੰਤਜ਼ਾਮ ਕਰਕੇ ਰੱਖਣੇ ਚਾਹੀਦੇ ਸੀ। ਸੋ ਦਿੱਲੀ 'ਚ 120 ਟਨ ਆਕਸੀਜਨ ਆ ਗਈ, ਸ਼ੁਕਰ ਹੈ ਰੱਬ ਦਾ। ਘੱਟੋ ਘੱਟ ਕੁਝ ਦਿਨ ਜਿਹੜੇ ਸਾਡੇ ਮਰੀਜ਼ ਨੇ ਉਹਨਾਂ ਨੂੰ ਆਕਸੀਜਨ ਦੀ ਕਮੀ ਨਹੀਂ ਆਏਗੀ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਦਾ।